हाँ जी दोस्तों, सत श्री अकाल जी। स्वागत है तुहाडा स्टडी फाइटर्स ਦੇ ਵਿੱਚ। सो दोस्तों हरियाणा ਦੇ ਵਿੱਚ टीजीटी पंजाबी अध्यापक ਦੀਆਂ 104 ਜਿਹੜੀਆਂ ਪੋਸਟਾਂ ਨਿਕਲੀਆਂ ਨੇ ਉਹਨਾਂ ਦੇ ਲਈ ਇੱਕ ਪੰਜਾਬੀ ਦਾ ਸਪੈਸ਼ਲ ਬੈਚ ਆਪਾਂ ਨੇ ਸਟਾਰਟ ਕੀਤਾ, ਜਿਹਦੇ ਵਿੱਚ ਆਪਾਂ ਪੰਜਾਬੀ ਲਿਟਰੇਚਰ ਦੇ ਵਿੱਚ ਵੀਰ ਕਾਵ ਦੇ ਸਾਹਿਤ ਦਾ ਇਤਿਹਾਸ ਪੜ੍ਹਨ ਜਾ ਰਹੇ ਹਾਂ। ਇਸ ਦੀ ਪਹਿਲੀ ਕਲਾਸ ਹੋ ਚੁੱਕੀ ਹੈ। ਉਸ ਤੋਂ ਅਗਲਾ ਪਾਰਟ ਜਿਹੜਾ ਨੈਕਸਟ ਕਲਾਸ ਹੈਗੀ ਉਹ ਆਪਣੀ ਅੱਜ ਦੀ ਹੋਣ ਜਾ ਰਹੀ ਹੈ। ਤਾਂ ਜਿਹੜਾ ਵੀਰ ਕਾਵ ਦਾ ਜਿਹੜਾ ਸਾਹਿਤ ਹੈਗਾ ਉਸ ਦੇ ਵਿੱਚ ਆਪਾਂ ਨੇ ਇਤਿਹਾਸ ਜਿਹੜਾ ਪੜ੍ਹਿਆ, ਸਭ ਤੋਂ ਪਹਿਲਾਂ ਆਪਾਂ ਨੇ ਇਸ ਦੀ ਕਾਲ ਵੰਡ ਨੂੰ ਪੜ੍ਹਿਆ ਕਿ ਕਿਹੜੇ ਕਾਲ ਦੇ ਵਿੱਚ ਕਿਹੜੀ ਵਾਰ ਰਚੀ ਗਈ ਹੈ, ਕਿਹੜੇ ਜੰਗਨਾਮੇ ਰਚੇ ਗਏ ਨੇ। ਸਭ ਤੋਂ ਪਹਿਲਾਂ ਆਪਾਂ ਨੇ ਕਾਲ ਵੰਡ ਪੜ੍ਹੀ ਹੈ। ਕਾਲ ਵੰਡ ਦੇ ਵਿੱਚ ਇਹ ਪੜ੍ਹਿਆ ਗਾ ਕਿ ਕਿਹੜੀ ਈਸਵੀ ਤੋਂ ਕਿਹੜੀ ਈਸਵੀ ਦੇ ਤੱਕ ਕਿਹੜਾ ਕਾਲ ਰਿਹਾ ਤੇ ਕਿਹੜੇ ਕਾਲ ਦੇ ਵਿੱਚ ਕਿਹੜੀਆਂ ਵਾਰਾਂ ਰਚੀਆਂ ਗਈਆਂ ਨੇ। ਤਾਂ ਇਹ ਸਭ ਕੁਝ ਆਪਾਂ ਪਹਿਲੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜਿਹੜਾ ਇਹ ਵੀਰ ਕਾਵ ਹੈਗਾ ਇਸ ਨੂੰ ਅੱਗੇ ਕਿਹੜੀਆਂ ਸ਼੍ਰੇਣੀਆਂ ਦੇ ਵਿੱਚ ਕਿਹੜੇ ਕਾਵ ਰੂਪਾਂ ਦੇ ਵਿੱਚ ਵੰਡਿਆ ਹੋਇਆ ਹੈ ਇਹ ਆਪਾਂ ਪੜਾਂਗੇ। ਤਾਂ ਦੇਖੋ, ਅਧਿਆਤਮਿਕ ਵਾਰਾਂ ਜਾਂ ਜਿਹੜੀਆਂ ਲੌਕਿਕ ਵਾਰਾਂ ਜਿਹੜੀਆਂ ਰਚੀਆਂ ਗਈਆਂ ਨੇ ਉਹ ਸਭ ਕੁਝ ਆਪਾਂ ਪਹਿਲੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਬਾਅਦ ਫਿਰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਹੁਣ ਦੇਖੋ, ਵੀਰ ਕਾਵ ਹੈਗਾ ਜਿਹੜਾ ਉਸ ਦੇ ਵਿੱਚ ਪ੍ਰਮੁੱਖ ਜਿਹੜੇ ਕਾਵ ਰੂਪ ਨੇਗੇ ਉਹਨਾਂ ਨੂੰ ਪੜਾਂਗੇ। ਫਿਰ ਉਸ ਤੋਂ ਬਾਅਦ ਵੀਰ ਕਾਵ ਤੇ ਜੰਗ, ਤਾਂ ਦੇਖੋ ਜਿਹੜੇ ਇਸ ਦੇ ਕਾਵ ਰੂਪ ਨੇ ਵਾਰ ਤੇ ਜੰਗਨਾਮਾ, ਇਹਨਾਂ ਦੋਨਾਂ ਨੂੰ ਪੜ੍ਹਨ ਤੋਂ ਬਾਅਦ ਫਿਰ ਆਪਾਂ ਵਾਰ ਦੇ ਵਿੱਚ ਜਿੱਦਾਂ ਵਾਰਾਂ ਰਚੀਆਂ ਨੇ, ਜਿਹੜੇ ਰਾਈਟਰ ਹੋਏ ਨੇ ਵਾਰਾਂ ਦੇ ਵਿੱਚ, ਠੀਕ ਹੈ, ਗੁਰੂ ਗੋਬਿੰਦ ਸਿੰਘ ਜੀ ਜਾਂ ਸ਼ਾਹ ਮੁਹੰਮਦ ਤੱਕ ਜੰਗਨਾਮਿਆਂ, ਜੋ ਵੀ ਇਹਨਾਂ ਦੇ ਵਿੱਚ ਰਾਈਟਰ ਨੇ, ਫਿਰ ਆਪਾਂ ਇੱਕ ਇੱਕ ਕਰਕੇ ਸਾਰੇ ਰਾਈਟਰਾਂ ਨੂੰ ਪੜ੍ਹਨਾ ਹੈ। ਤਾਂ ਹੁਣ ਆਪਾਂ ਵਾਰਾਂ ਤੇ ਜੰਗਨਾਮੇ ਇਹਨਾਂ ਨੂੰ ਡੀਪਲੀ ਪੜ੍ਹਨ ਜਾ ਰਹੇ ਹਾਂ। ਤਾਂ ਉਸ ਤੋਂ ਪਹਿਲਾਂ ਥੋੜ੍ਹੀ ਕੁ ਬੈਚ ਦੇ ਬਾਰੇ ਇਨਫੋਰਮੇਸ਼ਨ ਤੁਹਾਨੂੰ ਦੇ ਦਿੰਦੇ ਹਾਂ। ਹਰਿਆਣਾ TGT ਪੰਜਾਬੀ 104 ਜਿਹੜੀਆਂ ਪੋਸਟਾਂ ਨੇ ਇਹਦੇ ਲਈ ਸਬਜੈਕਟ ਸਪੈਸ਼ਲ ਆਪਾਂ ਨੇ ਇਹ ਬੈਚ ਸਟਾਰਟ ਕੀਤਾ ਹੋਇਆ। ਸਪੈਸ਼ਲ ਆਫਰ ਤੁਹਾਡੇ ਲਈ ਚੱਲਦਾ ਪਿਆ। ਜਿਨ੍ਹਾਂ ਕੈਂਡੀਡੇਟਸ ਨੇ ਅਜੇ ਬੈਚ ਨੂੰ ਜੁਆਇਨ ਨਹੀਂ ਕੀਤਾ ਉਹ ਪਲੀਜ਼ ਜੁਆਇਨ ਕਰ ਲੈਣ। ਉਸ ਤੋਂ ਬਾਅਦ ਤੁਹਾਨੂੰ ਇਸ ਦਾ ਡਿਸਕਾਊਂਟ, ਮਤਲਬ ਕਿ ਉਹਦੇ ਵਿੱਚ ਪ੍ਰੋਬਲਮ ਆਏਗੀ, ਤਾਂ ਇਹਦੇ ਲਈ ਆਫਰ ਹੈ, ਸਪੈਸ਼ਲ ਡਿਸਕਾਊਂਟ ਚੱਲਦਾ ਪਿਆ। ਤਾਂ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਸਕਰੀਨਸ਼ਾਟ ਲੈ ਕੇ ਰੱਖ ਲਓ ਇਸ ਦਾ। ਤੇ ਨਾਲ ਹੀ ਦੇਖੋ, ਇਸ ਦੇ ਵਿੱਚ ਆਪਾਂ ਪੜ੍ਹਨ ਕੀ ਵਾਲੇ ਆ ਇਹ ਵੀ ਤੁਸੀਂ ਦੇਖ ਲਓ ਇੱਕ ਵਾਰ। ਥਿਊਰੀ ਲੈਕਚਰ ਹੋਣਗੇ, ਜਿੱਦਾਂ ਪਹਿਲੀ ਕਲਾਸ ਤੁਸੀਂ ਕੱਲ੍ਹ ਦੀ ਦੇਖੀ ਹੋਏਗੀ ਤੇ ਅੱਜ ਦੀ ਕਲਾਸ ਵੀ ਤੁਸੀਂ ਦੇਖੋਗੇ ਇਸ ਦੀ। ਤੇ ਉਸ ਤੋਂ ਬਾਅਦ ਫਿਰ MCQ ਵਾਲੇ ਤੁਹਾਨੂੰ ਪ੍ਰੈਕਟਿਸ ਸੈੱਟ ਜਿਹੜੇ ਇਸ ਦੇ ਵਿੱਚ ਮਿਲਣਗੇ। ਤੇ ਉਸ ਤੋਂ ਬਾਅਦ ਫਿਰ ਟੌਪਿਕ ਵਾਈਜ਼ ਜਿੱਦਾਂ ਵੀ ਆਪਣਾ ਇਹ ਵੀਰ ਕਾਵ ਦਾ ਜਿਹੜਾ ਟੌਪਿਕ ਕੰਪਲੀਟ ਹੋ ਜਾਏਗਾ ਸਾਰਾ ਇਹਦੇ ਵਿੱਚ, ਠੀਕ ਹੈ, ਤਾਂ ਫਿਰ ਇਹਦੇ ਤੁਹਾਨੂੰ MCQs ਦੇਖਣ ਨੂੰ ਮਿਲਣਗੇ। ਮੌਕ ਟੈਸਟ ਪੇਪਰ ਦੇ ਨਜ਼ਦੀਕ ਜਾ ਕੇ ਤੁਹਾਨੂੰ ਫਿਰ ਮੌਕ ਟੈਸਟ ਜਿੱਦਾਂ ਪੇਪਰ ਹੋਏਗਾ ਹੂਬਹੂ ਆਪਾਂ ਉਸੇ ਤਰ੍ਹਾਂ ਦੇ ਕੁਐਸਚਨ ਤੁਹਾਡੇ ਲਈ ਬਣਾ ਕੇ ਲੈ ਕੇ ਆਵਾਂਗੇ, ਪੇਪਰ ਡਿਜ਼ਾਈਨ ਕਰਾਂਗੇ। ਤੇ ਇਸੇ ਤਰ੍ਹਾਂ ਸਟੱਡੀ ਮਟੀਰੀਅਲ ਜਿੱਦਾਂ ਕੱਲ੍ਹ ਪਹਿਲੀ ਕਲਾਸ ਹੋਈ ਸੀ, ਇਸ ਦੇ ਨੋਟਸ ਬਣਾ ਕੇ ਆਪਾਂ ਨੇ PDF ਵਾਲੇ ਸੈਕਸ਼ਨ ਦੇ ਵਿੱਚ ਪਾ ਦਿੱਤੇ ਆ, ਉਹ ਤੁਸੀਂ ਜਾ ਕੇ ਦੇਖ ਹੀ ਲਏ ਹੋਣਗੇ। ਤਾਂ ਇੱਕ ਵਾਰ ਤੁਸੀਂ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਇਹ ਤੁਹਾਨੂੰ ਆਪਾਂ ਨੇ ਇਨਫੋਰਮੇਸ਼ਨ ਦੇ ਲਈ ਦੇ ਦਿੱਤਾ ਹੈ। ਇਸ ਕੰਟੈਕਟ ਦੇ ਉੱਤੇ ਜਾ ਕੇ ਤੁਸੀਂ ਬੈਚ ਦੇ ਨਾਲ ਰਿਲੇਟਡ ਕੋਈ ਵੀ ਜਾਣਕਾਰੀ ਹੈ ਤਾਂ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਫਿਰ ਆਪਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਕਲਾਸ। ਹੁਣ ਦੇਖੋ ਜੀ, ਆਪਾਂ ਵੀਰ ਕਾਵ ਸ਼ੁਰੂ ਕਰ ਚੁੱਕੇ ਹਾਂ। ਆਪਾਂ ਨੇ ਇਸ ਦਾ ਜਿਹੜਾ ਸਾਹਿਤ ਹੈ ਇਸ ਦਾ ਇਤਿਹਾਸ ਪੜ੍ਹਿਆ। ਇਤਿਹਾਸ ਦੇ ਵਿੱਚ ਕਾਲ ਵੰਡ ਪੜ੍ਹ ਲਈ ਹੈ। ਕਾਲ ਦੇ ਵਿੱਚ ਕਿਸ ਕਾਲ ਦੇ ਵਿੱਚ ਕਿਹੜੀਆਂ 12 ਜੰਗਨਾਮੇ ਰਚੇ ਗਏ ਆ, ਤੇ ਅੱਗੇ ਈਸਵੀਆਂ ਵੀ ਪੜ੍ਹੀਆਂ ਆਪਾਂ ਨੇ, ਕਿਹੜੇ ਕਾਲ ਦੇ ਵਿੱਚ ਕਿਹੜੀ ਈਸਵੀ ਤੱਕ ਉਹ ਚੱਲਿਆ। ਤਾਂ ਉਸ ਤੋਂ ਬਾਅਦ ਫਿਰ ਵੀਰ ਕਾਵ ਹੈਗਾ ਜਿਹੜਾ ਇਸ ਦੇ ਪ੍ਰਮੁੱਖ ਕਾਵ ਰੂਪ ਆਪਾਂ ਦੇਖ ਲੈਂਦੇ ਹਾਂ। ਤੇ ਇਸ ਦੇ ਵਿੱਚ 12 ਵੀ ਆਉਂਦੀਆਂ ਨੇ, ਵੀਰ ਕਾਵ ਦੇ ਵਿੱਚ ਜੰਗਨਾਮੇ ਵੀ ਆਉਂਦੇ ਨੇ। ਤੇ ਇੱਕ ਆਪਾਂ ਗੁਰਬਿਲਾਸ ਵੀ ਪੜ੍ਹਿਆ। ਉਹਦੇ ਵਿੱਚ ਗੁਰਬਿਲਾਸ ਦੇ ਵਿੱਚ ਕੀ ਹੁੰਦਾ ਹੈ, ਗੁਰੂਆਂ ਦੀ ਮਹਿਮਾ, ਯਾਨੀ ਕਿ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਅਧਿਆਤਮਿਕਤਾ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ, ਗੁਰੂਆਂ ਦੀ ਮਹਿਮਾ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ, ਸ਼ਾਂਤ ਰਸ ਕਹਿ ਸਕਦੇ ਹਾਂ ਉਹਦੇ ਵਿੱਚ ਹੁੰਦਾ ਹੈ। ਪਰ ਜਿਹੜਾ ਆਪਾਂ ਇਹਦੇ ਵਿੱਚ ਵੀਰ ਕਾਵ ਦੇ ਵਿੱਚ ਪੜ੍ਹਨ ਵਾਲੇ ਹਾਂ, ਜ਼ਿਆਦਾਤਰ ਜਿਹੜੇ ਪ੍ਰਮੁੱਖ ਰਹਿਣ ਵਾਲੇ ਨੇ, ਪ੍ਰਮੁੱਖ ਕਾਵ ਰੂਪ ਨੇਗੇ ਜਿਹੜੇ, ਉਹ 12 ਤੇ ਜੰਗਨਾਮੇ ਨੇਗੇ। ਜੰਗਨਾਮੇ ਤੇ 12 ਇਹ ਦੋਨੋਂ ਆਪਾਂ ਪੜ੍ਹਨ ਵਾਲੇ ਹਾਂ, ਠੀਕ ਹੈ ਜੀ। ਹੁਣ ਦੇਖੋ, ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਵਾਰ ਕੀ ਹੁੰਦੀ ਹੈ। ਵਾਰ ਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਉਸ ਤੋਂ ਬਾਅਦ ਫਿਰ ਆਪਾਂ ਜੰਗਨਾਮਾ ਦੇਖਾਂਗੇ। ਤਾਂ ਵਾਰ ਕੀ ਹੈਗਾ, ਇੱਕ ਕਹਿ ਸਕਦੇ ਹਾਂ ਕਾਵ ਰੂਪ ਹੈਗਾ, ਠੀਕ ਹੈ, ਕਾਵ ਰੂਪ ਹੈਗਾ। ਤਾਂ ਦੇਖੋ, ਕਾਵ ਰੂਪ ਹੈ। ਉਸ ਤੋਂ ਬਾਅਦ ਦੇਖੋ, ਵਾਰ ਹੈਗਾ ਜਿਹੜਾ ਇਹ ਕਾਵ ਰੂਪ ਦੇ ਨਾਲ ਸੰਬੰਧਿਤ ਇੱਕ ਭਾਰਤੀ ਪਰੰਪਰਾ ਹੈ। ਇਹ ਕੁਐਸਚਨ ਬਣ ਸਕਦਾ ਕਿਹੜੀ ਪਰੰਪਰਾ, ਇਹ ਭਾਰਤੀ ਇੱਕ ਪਰੰਪਰਾ ਹੈਗੀ ਜਿਹੜੀ ਵਾਰ ਹੈ ਤੇ ਇਹ ਕਾਵ ਰੂਪ ਦੇ ਨਾਲ ਸੰਬੰਧਿਤ ਹੈ। ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹ ਵੀ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਇਹ ਕਵਿਤਾ ਦੀ ਹੀ ਇੱਕ ਵਿਧਾ ਹੈ, ਯਾਨੀ ਕਿ ਇੱਦਾਂ ਕਹਿ ਸਕਦੇ ਹਾਂ ਕਿ ਇਹ ਕਵਿਤਾ ਦਾ ਹੀ ਇੱਕ ਰੂਪ ਹੈ। ਵਾਰ ਹੁੰਦੀ ਹੈ ਜਿੱਦਾਂ ਕਿ ਆਪਾਂ ਪੜ੍ਹਿਆ ਹੋਏਗਾ, ਕੋਈ ਵੀ ਵਾਰ ਦੇਖੀ ਸੁਣੀ ਪੜ੍ਹੀ ਹੋਏਗੀ, ਉਹ ਇੱਕ ਕਵਿਤਾ ਦਾ ਹੀ ਰੂਪ ਹੁੰਦਾ, ਕਵਿਤਾ ਦੀ ਤਰ੍ਹਾਂ ਗਾਈ ਜਾਂਦੀ ਹੈ ਕਿ ਜਿਹੜੀ ਵਾਰ ਹੁੰਦੀ ਹੈ, ਕਵਿਤਾ ਦਾ ਹੀ ਇੱਕ ਰੂਪ ਹੈ ਜਾਂ ਕਵਿਤਾ ਦੀ ਇੱਕ ਵਿਧਾ ਹੈਗੀ, ਆਪਾਂ ਇੱਦਾਂ ਇਸ ਨੂੰ ਕਹਿ ਸਕਦੇ ਹਾਂ। ਤੇ ਨਾਲ ਹੀ ਤੁਸੀਂ ਦੇਖੋ ਕਿ ਵਾਰ ਹੈਗਾ ਜਿਹੜਾ ਪੰਜਾਬੀ ਦਾ ਉਹ ਕਾਵ ਰੂਪ ਹੈ ਜਿਹਦੇ ਵਿੱਚ ਕਿਸੇ ਯੁੱਧ ਦੀ ਬਹਾਦਰੀ ਦਾ, ਠੀਕ ਹੈ, ਬਹਾਦਰੀ ਦਾ ਇੱਕ ਚਿੱਤਰਨ ਕੀਤਾ ਜਾਂਦਾ ਹੈ।
कोई भी यानी कि इदां कह सकते हैं कोई जिद्दां कमेंटरी की जाती है, ठीक है, जिद्दां कोई मैदान ਦੇ ਵਿੱਚ ਕੁਛ ਹੋ ਰਿਹਾ ਹੋਵੇ, ਕੋਈ ਵੀ ਖੇਡ ਹੋ ਰਹੀ ਹੈ ਤਾਂ ਉਸ ਦੀ ਕਮੈਂਟਰੀ ਕੀਤੀ ਜਾਂਦੀ ਹੈ। ਉਹ ਆਪਾਂ ਕਹਿ ਸਕਦੇ ਹਾਂ ਇੱਕ ਚਿੱਤਰਨ ਕਰ ਰਿਹਾ ਹੁੰਦਾ ਜਿਹੜਾ ਬੰਦਾ ਕਮੈਂਟਰੀ ਕਰਦਾ ਹੈ। ਇਸੇ ਤਰ੍ਹਾਂ ਜਿਹੜੀ ਬਾਰ ਹੈਗੀ ਉਹ ਬਾਅਦ ਦੇ ਵਿੱਚ ਲਿਖੀ ਤਾਂ ਬਾਅਦ ਦੇ ਵਿੱਚ ਜਾਂਦੀ ਹੈ, ਪੜ੍ਹੀ ਵੀ ਬਾਅਦ ਦੇ ਵਿੱਚ ਜਾਂਦੀ ਹੈ। ਤਾਂ ਉਹ ਜਦੋਂ ਬੰਦਾ ਉਸ ਨੂੰ ਪੜ੍ਹਦਾ ਤਾਂ ਉਹਦੇ ਦਿਮਾਗ ਦੇ ਵਿੱਚ ਇੱਕ ਉਹੀ ਚੀਜ਼ ਜਿਹੜਾ ਡਿਜ਼ਾਈਨ ਜਿਹੜੀ ਚੀਜ਼ ਉਹ ਦੇਖ ਰਿਹਾ ਹੁੰਦਾ ਹੈ ਉਹ ਸਾਰਾ ਕੁਛ ਉਸ ਦੇ ਦਿਮਾਗ ਦੇ ਵਿੱਚ ਇੱਕ ਚਿੱਤਰ ਬਣ ਜਾਂਦਾ ਹੈ। ਇਸੇ ਤਰ੍ਹਾਂ ਇਹ ਹੈਗਾ ਜਦੋਂ ਵੀ ਕੋਈ ਆਪਾਂ ਕਹਿ ਸਕਦੇ ਹਾਂ ਉਤਰਾ ਚੜ੍ਹਾਅ ਮੈਦਾਨ ਦੇ ਵਿੱਚ ਉੱਥੇ ਦੇਖਣ ਨੂੰ ਮਿਲਦਾ ਹੈ, ਉਹ ਸਾਰਾ ਕੁਛ ਹੂਬਹੂ ਇੱਦਾਂ ਹੀ ਇਸ ਦੇ ਵਿੱਚ ਲਿਖਿਆ ਜਾਂਦਾ ਹੈ। ਅਤੇ ਇਹਦੇ ਵਿੱਚ ਯੁੱਧ ਦੀ ਬਹਾਦਰੀ ਹੈਗੀ ਜਿਹੜੀ ਉਹਦੇ ਵਿੱਚ ਲਿਖੀ ਜਾਂਦੀ ਹੈ। ਵੀਰਤਾ ਦੀ ਜਦੋਂ ਆਪਾਂ ਬਾਰ ਹੈਗਾ ਜਿਹੜਾ ਵੀਰਤਾ ਦੇ ਨਾਲ ਜੁੜਿਆ ਹੋਇਆ ਤਾਂ ਇਹਦੇ ਵਿੱਚ ਬਹਾਦਰੀ ਦੀ ਤਾਂ ਗੱਲ ਹੋਵੇਗੀ ਹੀ ਹੋਵੇਗੀ। ਤਾਂ ਬਾਕੀ ਦੇਖੋ ਜਿਹੜੇ ਆਪਾਂ ਕਹਿ ਸਕਦੇ ਹਾਂ ਜਿਹੜੀ ਬਾਰ ਹੈਗੀ ਉਹ ਸਰੋਤਿਆਂ ਦਾ ਉਤਸ਼ਾਹ ਵਧਾਉਂਦੀ ਹੈ। ਸਰੋਤਿਆਂ ਦਾ ਜਾਣੀ ਕਿ ਜਿੱਦਾਂ ਤੁਹਾਨੂੰ ਆਪਾਂ ਨੇ ਦੱਸਿਆ ਕਿ ਕਮੈਂਟਰੀ ਹੈਗੀ, ਠੀਕ ਹੈ, ਕਮੈਂਟਰੀ ਸੁਣੀ ਜਾਂਦੀ ਹੈ। ਪਹਿਲਾਂ ਕੀ ਹੁੰਦਾ ਸੀ, ਰੇਡੀਓ ਹੁੰਦਾ ਸੀ, TV ਤਾਂ ਨਹੀਂ ਸੀ, ਰੇਡੀਓ ਦੇ ਵਿੱਚ ਕਮੈਂਟਰੀ ਸੁਣੀ ਜਾਂਦੀ ਸੀ ਕਿਸੇ ਵੀ ਕ੍ਰਿਕਟ ਮੈਚ ਜਾਂ ਕਿਸੇ ਵੀ ਤਰ੍ਹਾਂ ਦੀ, ਉਹ ਸਰੋਤਾ ਸੁਣਦਾ ਰਹਿੰਦਾ ਸੀ। ਇੱਦਾਂ ਹੀ ਜਿਹੜੀ ਬਾਰ ਹੈਗੀ ਪਹਿਲਾਂ ਕਵਿਸ਼ਰਾਂ ਦੇ ਵੱਲੋਂ ਜਾਂ ਕਿਸੇ ਵੀ ਤਰ੍ਹਾਂ ਬਾਰ ਪਹਿਲਾਂ ਗਾ ਕੇ ਸੁਣਾਈ ਜਾਂਦੀ ਸੀ। ਸਰੋਤਾ ਕੀ ਹੁੰਦਾ, ਸੁਣਨ ਵਾਲਾ, ਅਤੇ ਦਰਸ਼ਕ ਕੀ ਹੁੰਦਾ, ਦੇਖਣ ਵਾਲਾ। ਇਸੇ ਤਰ੍ਹਾਂ ਜਿਹੜੇ ਸਰੋਤੇ ਹੁੰਦੇ ਨੇ ਬਾਰ ਸੁਣਨ ਵਾਲੇ ਹੁੰਦੇ ਨੇ। ਤਾਂ ਦੇਖੋ ਬਾਰ ਲਿਖੀ ਜਾਂਦੀ ਹੈ, ਠੀਕ ਹੈ, ਹੁਣ ਉਹ ਸੁਣੀ ਹੀ ਜਾਏਗੀ। ਹੁਣ ਚੰਡੀ ਦੀ ਵਾਰ ਹੈਗੀ ਜਿਹੜੀ, ਠੀਕ ਹੈ, ਉਹ ਪਹਿਲਾਂ ਲਿਖੀ ਜਾ ਚੁੱਕੀ ਹੈ। ਉਹਦਾ ਆਪਾਂ ਇੱਕ ਕਹਿ ਨਹੀਂ ਸਕਦੇ ਕਿ ਉਹਨੂੰ ਆਪਾਂ ਕੋਈ ਬੰਦਾ ਲਾਈਵ ਦੇਖ ਸਕੇ। ਉਹ ਇੱਕ ਤਰ੍ਹਾਂ ਪਹਿਲਾਂ ਚਿੱਤਰੀ ਜਾ ਚੁੱਕੀ ਹੈ, ਉਸ ਨੂੰ ਬਣਾਇਆ ਜਾ ਚੁੱਕਾ ਹੈ। ਉਸ ਤੋਂ ਬਾਅਦ ਫਿਰ ਉਹ ਸੁਣੀ ਹੀ ਜਾ ਸਕਦੀ ਹੈ। ਕੋਈ ਬੰਦਾ ਗਾਏਗਾ ਅਤੇ ਉਹ ਸੁਣੀ ਜਾਏਗੀ। ਤਾਂ ਉਹ ਆਪਾਂ ਕਹਿ ਸਕਦੇ ਹਾਂ ਉਤਸ਼ਾਹ ਵਧਾਉਂਦੀ ਹੈ। ਬਾਕੀ ਜਿਵੇਂ ਕੱਲ੍ਹ ਦੀ ਕਲਾਸ ਦੇ ਵਿੱਚ ਆਪਾਂ ਨੇ ਜ਼ਿਕਰ ਕੀਤਾ ਸੀ ਕਿ ਰਾਜਾ ਮਹਾਰਾਜਾ ਜਿਹੜੇ ਹੁੰਦੇ ਸੀਗੇ ਆਪਣੇ ਸੈਨਿਕਾਂ ਨੂੰ ਉਹ ਜਦੋਂ ਯੁੱਧ ਦੇ ਵਿੱਚ ਭੇਜਦੇ ਸੀ ਉਹ 12 ਸੁਣਾ ਕੇ ਭੇਜਦੇ ਸੀ। ਉਹਨਾਂ ਦਾ ਖੂਨ ਉਬਾਲੇ ਖਾ ਜਾਂਦਾ ਸੀਗਾ, ਜਾਣੀ ਕਿ ਇੱਕ ਉਤਸ਼ਾਹ ਆ ਜਾਂਦਾ ਸੀਗਾ ਉਹਨਾਂ ਦੇ ਵਿੱਚ, ਠੀਕ ਹੈ। ਇਹ ਇੱਦਾਂ ਸੀਗਾ ਅਤੇ ਬਾਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਤਸ਼ਾਹ ਵਧਾਉਂਦੀ ਹੈ। ਜਿਹੜਾ ਵੀ ਉਸ ਨੂੰ ਸੁਣਦਾ ਹੈ ਉਸ ਦਾ ਖੂਨ ਖੌਲ ਉੱਠਦਾ ਹੈ। ਤਾਂ ਇਹ ਬਾਰ ਦਾ ਇੱਕ ਕਹਿ ਸਕਦੇ ਹਾਂ ਕਿ ਮਹੱਤਤਾ ਹੈਗੀ ਬਾਰ ਦੀ ਇਹ। ਅਤੇ ਬਾਰ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਯੋਧੇ ਹੁੰਦੇ ਨੇ ਜਾਂ ਕੋਈ ਵੀ ਸੈਨਿਕ ਹੁੰਦੇ ਨੇ ਉਹਨਾਂ ਦੇ ਵਿੱਚ ਵੀਰਤਾ ਨੂੰ ਭਰਨ ਦੇ ਲਈ ਬਣਾਈ ਗਈ ਜਾਂ ਉਸ ਟਾਈਮ ਇਸ ਤੋਂ ਇਹ ਕੰਮ ਲਿਆ ਜਾਂਦਾ ਸੀ। ਉਸ ਤੋਂ ਬਾਅਦ ਫਿਰ ਦੇਖੋ ਬਾਰ ਦਾ ਜਿਹੜਾ ਸੰਬੰਧ ਹੈ ਰਜ਼ਮੀਆਂ ਦੇ ਨਾਲ ਹੈ। ਰਜ਼ਮੀਆਂ ਕੀ ਹੁੰਦਾ ਹੈ, ਇਹ ਵੈਸੇ ਤਾਂ ਆਪਾਂ ਕਿੱਸੇ ਦੇ ਵਿੱਚ ਪੜ੍ਹਾਂਗੇ ਰਜ਼ਮੀਆਂ ਕੀ ਹੁੰਦਾ ਹੈਗਾ, ਠੀਕ ਹੈ, ਪਰ ਇਹ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਇਹ ਯੁੱਧ ਦਾ ਜਿਹੜਾ ਵਾਰਤਾ ਹੈਗੀ, ਯੁੱਧ ਦੀ ਵਾਰਤਾ ਹੁੰਦੀ ਹੈ, ਯੁੱਧ ਨੂੰ ਬਿਆਨ ਕਰਦੀ ਹੈਗੀ। ਇਹ ਇੱਕ ਕਹਿ ਸਕਦੇ ਹਾਂ ਕਿੱਸੇ ਦੇ ਵਿੱਚ ਆਪਾਂ ਪੜ੍ਹਾਂਗੇ ਯੁੱਧ ਦਾ ਇਹ ਬਿਆਨ ਕਰਦੀ ਹੈਗੀ। ਦੇਖੋ ਯੁੱਧ ਦੇ ਨਾਲ ਸੰਬੰਧਿਤ ਇੱਕ ਵਾਰਤਾ ਹੁੰਦੀ ਹੈ ਇਹ, ਅਤੇ ਯੁੱਧ ਦਾ ਜਿਹੜਾ ਹਾਲ ਹੈਗਾ ਉਸ ਨੂੰ ਬਿਆਨ ਕਰਦੀ ਹੈ। ਅਤੇ ਉਸ ਤੋਂ ਬਾਅਦ ਅੱਗੇ ਬਾਰ ਦੀ ਇੱਕ ਗੱਲ ਹੋਰ ਤੁਸੀਂ ਨੋਟ ਕਰੋ, ਬਾਰ ਹੈਗੀ ਜਿਹੜੀ ਬਾਹਰਮੁਖੀ ਕਵਿਤਾ ਦਾ ਇੱਕ ਰੂਪ ਹੈ, ਯਾਨੀ ਕਿ ਇਹ ਅੰਦਰੂਨੀ ਭਾਵ ਨਹੀਂ ਹੁੰਦੀ, ਇਹ ਅੰਦਰੂਨੀ ਨਹੀਂ ਹੁੰਦੀ ਇਹ, ਠੀਕ ਹੈ, ਬਾਹਰਮੁਖੀ ਇੱਕ ਰੂਪ ਹੈਗਾ। ਅਤੇ ਉਸ ਤੋਂ ਬਾਅਦ ਦੇਖੋ ਕੁਛ ਰਾਈਟਰਾਂ ਨੇ ਆਪਣੇ ਹਵਾਲੇ ਦਿੱਤੇ ਨੇ ਇਹਦੇ ਲਈ। ਤਾਂ ਇਹ ਪੇਪਰ ਦੇ ਵਿੱਚ ਕੀ ਹੁੰਦਾ ਹੈ ਕਿ ਕੁਐਸਚਨ ਦੇ ਵਿੱਚ ਇੱਦਾਂ ਤੁਹਾਨੂੰ ਸਿੱਧਾ ਹੀ ਲਿਖਿਆ ਹੋਇਆ ਆ ਜਾਂਦਾ ਹੈ, ਠੀਕ ਹੈ, ਕਿ ਇਹ ਕਿਸ ਰਾਈਟਰ ਦਾ ਖਿਆਲ ਸੀਗਾ ਇਹ। ਤਾਂ ਹੁਣ ਦੇਖੋ ਡਾਕਟਰ ਗੰਡਾ ਸਿੰਘ ਨੇ ਆਪਣੇ ਜਿਹੜਾ ਬਿਆਨ ਦਿੱਤਾ ਇਸ ਦੇ ਲਈ ਬਾਰ ਸ਼ਬਦ ਦੀ ਉਤਪੱਤੀ ਦੇ ਬਾਰੇ ਉਹਨਾਂ ਨੇ ਲਿਖਿਆ। ਬਾਰ ਹੈਗਾ ਜਿਹੜਾ ਇਸ ਬਾਰ ਸ਼ਬਦ ਦਾ ਜਿਹੜਾ ਮੁੱਢ ਸੀਗਾ ਵਰ ਧਾਤੂ ਤੋਂ ਲੱਭਿਆ ਸੀਗਾ, ਜਿਹੜਾ ਸੰਸਕ੍ਰਿਤ ਤੋਂ ਲਿਆ ਗਿਆ, ਠੀਕ ਹੈ, ਯਾਨੀ ਕਿ ਉਹਨਾਂ ਨੇ ਇਸ ਦਾ ਜਿਹੜਾ ਅਰਥ ਲਿਆ ਸੀਗਾ ਬੈਰੀ, ਠੀਕ ਹੈ, ਬੈਰੀ ਯਾਨੀ ਕਿ ਵਾਰ ਕਰਨ ਵਾਲਾ, ਜਿਹੜਾ ਕੋਈ ਵੀ ਬੰਦਾ ਵਾਰ ਕਰਨ ਵਾਲਾ ਹੈ ਉਹ ਇੱਕ ਅਰਥ ਸੀਗਾ ਜਿਹੜਾ ਇਸ ਦਾ ਲਿਆ ਗਿਆ ਸੀਗਾ। ਅਤੇ ਜਾਂ ਫਿਰ ਵਾਰ ਨੂੰ ਰੋਕਣ ਵਾਲਾ ਜਾਂ ਵਾਰ ਜਾਂ ਵਾਰੀ ਜਾਂ ਬਾਹਰੂ ਸ਼ਬਦ, ਇਹ ਸਾਰੇ ਸ਼ਬਦ ਸੀਗੇ ਜਿਹੜੇ ਉਸ ਦੇ ਅਰਥ ਸੀਗੇ ਜਿਹੜੇ ਨਿਕਲਦੇ ਸੀ। ਜਾਂ ਫਿਰ ਤੁਸੀਂ ਜਿਵੇਂ ਬਾਹਰੂ ਸ਼ਬਦ ਹੈਗਾ ਇਸ ਦਾ ਆਪਾਂ ਅਰਥ ਲੈ ਸਕਦੇ ਹਾਂ ਕਿ ਕੋਈ ਵੀ ਹਮਲਾ ਕਰਨ ਵਾਲਾ ਜਾਂ ਫਿਰ ਕੋਈ ਭੀੜ ਦੇ ਵੱਲੋਂ ਲਿੰਚਿੰਗ, ਸ਼ਾਇਦ ਆਪਾਂ ਇਹ ਵਰਡ ਹੋਏਗਾ ਇੰਗਲਿਸ਼ ਦੇ ਵਿੱਚ, ਇਹ ਵਰਡ ਸੀਗਾ ਜਿਹੜਾ ਲਿੰਚਿੰਗ, ਜਾਂ ਇੱਦਾਂ ਵੀ ਕੋਈ ਭੀੜ ਦੇ ਵਿੱਚ ਕੋਈ ਵੀ ਭੀੜ ਦੇ ਵੱਲੋਂ ਹਮਲਾ ਇੱਕਦਮ ਕੀਤਾ ਜਾਂਦਾ ਹੈ, ਉਹ ਇਸ ਦੇ ਅਰਥ ਸੀਗੇ ਜਿਹੜੇ ਉਹਨਾਂ ਦੇ ਅਕੋਰਡਿੰਗ ਬਣਦੇ ਸੀਗੇ ਉਸ ਰਾਈਟਰ ਦੇ। ਅਤੇ ਇਹ ਵਰ ਸ਼ਬਦ ਹੈਗਾ ਜਿਹੜਾ ਸੰਸਕ੍ਰਿਤ ਧਾਤੂ ਤੋਂ ਵਰ ਧਾਤੂ ਦੇ ਉੱਤੋਂ ਲਿਆ ਗਿਆ। ਅਤੇ ਬਾਕੀ ਤੁਸੀਂ ਇਸ ਦੇ ਅਰਥ ਦੇਖ ਸਕਦੇ ਹੋ। ਉਸ ਤੋਂ ਬਾਅਦ ਕਾਹਨ ਸਿੰਘ ਨਾਭਾ ਦੀ ਜਿਹੜੀ ਸਟੇਟਮੈਂਟ ਹੈ, ਕਾਹਨ ਸਿੰਘ ਨਾਭਾ ਦੇ ਅਨੁਸਾਰ ਇਸ ਦੀ ਉਤਪੱਤੀ ਬਾਰ ਦੀ ਜਿਹੜੀ ਉਤਪੱਤੀ ਸੀ ਸੰਸਕ੍ਰਿਤ ਧਾਤੂ ਤੋਂ ਹੋਈ। ਇਹਦੇ ਵਿੱਚ ਬ੍ਰੀ ਸ਼ਬਦ ਹੈਗਾ ਜਿਹੜਾ ਇਹ ਹੈਗਾ, ਇਹਦੇ ਵਿੱਚ ਵਰ ਸ਼ਬਦ ਹੈਗਾ, ਠੀਕ ਹੈ, ਬਸ ਥੋੜ੍ਹਾ ਇੰਨਾ ਫਰਕ ਹੈ। ਬਾਕੀ ਧਾਤੂ ਇਹਨਾਂ ਨੇ ਸੰਸਕ੍ਰਿਤ ਦੇ ਵਿੱਚੋਂ ਕਹਿ ਸਕਦੇ ਹਾਂ ਕਿ ਇਸ ਦਾ ਹਵਾਲਾ ਲਿਆ ਗਿਆ। ਅਤੇ ਬਾਕੀ ਉਸ ਤੋਂ ਬਾਅਦ ਤੁਸੀਂ ਦੇਖੋ 12 ਨੇਗੀਆਂ ਜਿਹੜੀਆਂ ਜ਼ਿਆਦਾਤਰ ਹਿੰਦੂ ਅਤੇ ਸਿੱਖ ਜਿਹੜੇ ਰਾਈਟਰ ਸੀਗੇ ਉਹਨਾਂ ਦੇ ਦੁਆਰਾ ਰਚੀਆਂ ਗਈਆਂ ਨੇ, ਜਿਹੜੀਆਂ 12 ਨੇ, ਠੀਕ ਹੈ। ਅਤੇ ਉਸ ਤੋਂ ਬਾਅਦ ਜਦੋਂ ਆਪਾਂ ਜੰਗਨਾਮਾ ਪੜ੍ਹਾਂਗੇ, ਜੰਗਨਾਮੇ ਦੇ ਵਿੱਚ ਆਪਾਂ ਜ਼ਿਆਦਾਤਰ ਮੁਸਲਿਮ ਰੰਗ ਦੇਖਾਂਗੇ ਕਿ ਉਹ ਰਾਈਟਰਾਂ ਦੇ ਦੁਆਰਾ ਜ਼ਿਆਦਾਤਰ ਲਿਖੀਆਂ ਗਈਆਂ। ਅਤੇ ਇਸੇ ਤਰ੍ਹਾਂ ਜਦੋਂ ਆਪਾਂ ਵੈਸੇ ਤਾਂ ਦੇਖੋ ਇੱਥੇ ਹਿੰਦੂ
ਤੇ ਸਿੱਖਾਂ ਦੁਆਰਾ ਆਪਾਂ ਸਿੱਧਾ ਕਹਿ ਕੇ ਅੱਗੇ ਨਿਕਲ ਸਕਦੇ ਸੀ। ਪਰ ਜਦੋਂ ਆਪਾਂ ਨੇ ਨਾਲ ਜੰਗਨਾਮੇ ਦਾ ਹਵਾਲਾ ਦੇ ਦਿੱਤਾ ਤਾਂ ਤੁਹਾਡੇ ਦਿਮਾਗ ਦੇ ਵਿੱਚ ਜ਼ਰੂਰ ਰਹਿ ਜਾਏਗੀ ਕਿ ਜਿਹੜੀਆਂ 12 ਨੇ ਹਿੰਦੂ ਤੇ ਸਿੱਖ ਰਾਈਟਰਾਂ ਦੇ ਦੁਆਰਾ ਜ਼ਿਆਦਾਤਰ ਲਿਖੀਆਂ ਗਈਆਂ ਨੇ, ਤੇ ਜਿਹੜੇ ਜੰਗਨਾਮੇ ਨੇ ਉਹ ਮੁਸਲਿਮ ਰਾਈਟਰਾਂ ਦੇ ਦੁਆਰਾ, ਜਿਵੇਂ ਸ਼ਾਹ ਮੁਹੰਮਦ ਹੋ ਗਏ, ਇੱਦਾਂ ਉਹ ਨਾਮ ਤੁਹਾਨੂੰ ਜੰਗਨਾਮੇ ਦੇ ਰਾਈਟਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ। ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਹਾਂ। ਇਹਦੇ ਵਿੱਚ ਆਪਾਂ ਕੁਝ ਹੋਰ ਅਰਥ ਨੇਗੇ ਜਿਹੜੇ ਬਾਰ ਸ਼ਬਦ ਦੇ ਨਿਕਲਦੇ ਨੇ, ਉਹ ਵੀ ਆਪਾਂ ਇੱਥੇ ਸਮਝ ਲੈਂਦੇ ਆਂਗੇ। ਠੀਕ ਹੈ ਜੀ, ਕਿਹੜੇ ਕਿਹੜੇ ਅਰਥ ਨੇਗੇ ਜਿਹੜੇ ਬਾਰ ਸ਼ਬਦ ਦੇ ਨਿਕਲਦੇ ਨੇ। ਇਹਦੇ ਵਿੱਚ ਵਾਰਤਾ ਸ਼ਬਦ ਵੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਵਾਰਤਾ ਹੈਗੀ ਕੋਈ ਯੁੱਧ ਦਾ ਵਾਰਤਾਲਾਪ ਦੇ ਰੂਪ ਦੇ ਵਿੱਚ ਵੀ ਉਸ ਨੂੰ ਬਿਆਨ ਕੀਤਾ ਜਾ ਸਕਦਾ ਹੈ, ਤੇ ਕਥਾ ਦੇ ਰੂਪ ਦੇ ਵਿੱਚ ਵੀ। ਤੇ ਉਸ ਤੋਂ ਬਾਅਦ ਵਾਰ-ਵਾਰ ਸ਼ਬਦ ਜਿਹੜਾ ਆਪਾਂ ਕਹਿ ਸਕਦੇ ਹਾਂ, ਵਾਰ-ਵਾਰ ਕੋਈ ਵੀ ਆਪਾਂ ਆਮ ਸ਼ਬਦ ਵਰਤਦੇ ਰਹਿੰਦੇ ਹਾਂ ਜਿਹੜਾ, ਉਹ ਸ਼ਬਦ ਵੀ ਆਪਾਂ ਇਸ ਦਾ ਅਰਥ ਕੱਢ ਲੈਂਦੇ ਹਾਂ। ਤੇ ਜਾਂ ਫਿਰ ਵਾਰੀ ਲੈਣਾ, ਜਾਂ ਫਿਰ ਕੋਈ ਵੀ ਤਰ੍ਹਾਂ ਯੁੱਧ ਦੇ ਵਿੱਚ ਕੋਈ ਟੱਕਰ ਲੈਣਾ, ਠੀਕ ਹੈ, ਵਾਰ ਕਰਨਾ, ਇਹ ਸਾਰਾ ਕੁਛ ਵਾਰ ਕਰਨਾ ਵਗੈਰਾ, ਇਹ ਸਾਰੇ ਸ਼ਬਦ ਇਸ ਦੇ ਅਰਥ ਨਿਕਲਦੇ ਹੈਗੇ ਜਿਹੜੇ ਵਾਰ ਸ਼ਬਦ ਦੇ। ਬਾਕੀ ਜਿਹੜਾ ਆਪਾਂ ਨੇ ਮੇਨ ਇਸ ਦੇ ਅਰਥ ਜਿਹੜਾ ਰੱਖਿਆ ਹੈਗਾ ਉਹ ਹੈਗਾ ਬੈਰੀ ਜਾਂ ਵਾਰ ਕਰਨ ਵਾਲਾ, ਜਿਹੜਾ ਉਹ ਆਪਾਂ ਮੰਨਦੇ ਸੀਗੇ। ਠੀਕ ਹੈ, ਬਾਹਰੂ ਸ਼ਬਦ ਕੋਈ ਵੀ ਹਮਲਾ ਕਰਨ ਵਾਲਾ, ਠੀਕ ਹੈ, ਜਾਂ ਕੋਈ ਭੀੜ ਦੇ ਦੁਆਰਾ ਜਿਹੜਾ ਹਮਲਾ ਕੀਤਾ ਜਾਂਦਾ, ਉਹ ਆਪਾਂ ਵਾਰ ਦਾ ਅਸਲੀ ਅਰਥ ਮੰਨਦੇ ਹਾਂ। ਬਾਕੀ ਵਾਰ ਯੁੱਧ ਦਾ ਆਪਾਂ ਕਹਿ ਸਕਦੇ ਹਾਂ ਜਿਹੜਾ ਵਿਕਲਪ ਹੈਗਾ ਉਹ ਉਹਦੇ ਵਿੱਚ ਚੁਣਾਂਗੇ ਆਪਾਂ। ਉਸ ਤੋਂ ਬਾਅਦ ਫਿਰ ਜਿਹੜੇ ਮੂਲ ਕੀ ਹੈਗਾ ਇਸ ਦਾ, ਠੀਕ ਹੈ, ਜਿਹੜੀ ਵਾਰ ਹੈਗੀ ਜਿਹੜੀ ਇਸ ਦਾ ਕਾਰਨ ਕੀ ਬਣਦਾ ਜਾਂ ਇਹਦੇ ਮੂਲ ਕੀ ਨੇਗੇ ਇਹਦੇ ਵਿੱਚ, ਜਰ ਜ਼ੋਰ ਤੇ ਜ਼ਮੀਨ, ਇਹ ਆਪਾਂ ਤਿੰਨੋਂ ਵੈਸੇ ਵੀ ਆਪਾਂ ਸਿਆਣਿਆਂ ਤੋਂ ਇਹ ਵਰਡ ਨੇਗੇ ਜਿਹੜੇ ਸੁਣਦੇ ਰਹਿੰਦੇ ਹਾਂ। ਜਰ ਜ਼ੋਰ ਤੇ ਜ਼ਮੀਨ ਇਹ ਜਿਹੜੇ ਨੇਗੇ ਜਿਹੜੇ ਤਿੰਨੋਂ ਇਹ ਵਾਰ ਦਾ ਇੱਕ ਮੂਲ ਹੁੰਦੇ ਨੇਗੇ। ਉਸ ਤੋਂ ਬਾਅਦ ਫਿਰ ਆਪਾਂ ਅੱਗੇ ਪੜ੍ਹਦੇ ਆਂਗੇ ਇਸ ਦੇ ਵਿੱਚ ਜਿਹੜੇ ਛੰਦ ਨੇਗੇ ਜਿਹੜੇ ਉਹਨਾਂ ਦਾ ਪ੍ਰਬੰਧ ਕੀ ਹੈਗਾ, ਨਿਸ਼ਚਿਤ ਪ੍ਰਬੰਧ ਹੈਗਾ ਇਹ। ਹੁਣ ਦੇਖੋ ਇਹਦੇ ਵਿੱਚ ਇਹ ਨਿਸ਼ਚਿਤ ਕੀਤਾ ਗਿਆ। ਨਿਸ਼ਚਿਤ ਦਾ ਮਤਲਬ ਹੈ ਕਿ ਇਹ ਇੱਕ ਫਿਕਸ ਹੈ, ਠੀਕ ਹੈ, ਕਿ ਇਹ ਛੰਦ ਰੂਪ ਦੇ ਵਿੱਚ ਇਹ ਇੱਦਾਂ ਹੀ ਲਿਖਿਆ ਜਾਏਗਾ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਲੋਜ਼, ਜਿੱਦਾਂ ਕਲੋਜ਼ ਵਰਡ ਵਰਤਦੇ ਹਾਂ, ਕਲੋਜ਼, ਉਹ ਇੱਦਾਂ ਹੀ ਹੈ, ਫਿਕਸ ਵਰਤਦੇ ਹਾਂ। ਜਾਂ ਫਿਰ ਜਿਹੜਾ ਇਹ ਨਿਸ਼ਚਿਤ ਛੰਦ ਹੈਗਾ ਜਿਹੜਾ ਇਹਦੇ ਵਿੱਚ ਇੱਕ ਹਵਾਲਾ ਹੀ ਦਿੱਤਾ ਕਿ ਇਹ ਛੰਦ ਹੈਗਾ ਜਿਹੜਾ ਇੱਦਾਂ ਹੀ ਇਹ ਲਿਖੀ ਜਾਵੇਗੀ। ਹੁਣ ਦੇਖੋ ਜਦੋਂ ਆਪਾਂ ਵਾਰ ਦੀ ਗੱਲ ਕਰਦੇ ਹਾਂ, ਵਾਰ ਪੌੜੀ ਛੰਦ ਦੇ ਵਿੱਚ ਲਿਖੀ ਜਾਣੀ ਚਾਹੀਦੀ ਹੈ, ਯਾਨੀ ਕਿ ਪੌੜੀ ਛੰਦ ਹੈਗਾ ਜਿਹੜਾ ਇਹਦੇ ਵਿੱਚ ਹੀ ਲਿਖੀ ਜਾਵੇਗੀ ਜਿਹੜੀ ਵਾਰ ਹੋਏਗੀ। ਤੇ ਪੌੜੀ ਛੰਦ ਹੈਗਾ ਜਿਹੜੇ ਅੱਗੇ ਇਸ ਦੇ ਦੋ ਪਾਰਟ ਆਪਾਂ ਨੇ ਬਣਾਤੇ, ਇਹਦੇ ਦੋ ਭਾਗ ਨੇਗੇ ਜਿਹੜੇ, ਜਾਂ ਇਹਦੀਆਂ ਦੋ ਟਾਈਪਸ ਕਹਿ ਸਕਦੇ ਹਾਂ ਇਹਦੀਆਂ ਬਣੀਆਂ ਹੋਈਆਂ ਨੇ ਪੌੜੀ ਦੀਆਂ। ਹੁਣ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਇਹ ਸਮਝਦੇ ਹਾਂ ਕਿ ਜਿਹੜੀ ਵਾਰ ਹੈਗੀ ਜਿਹੜੀ ਪੌੜੀ ਛੰਦ ਦੇ ਵਿੱਚ ਲਿਖੀ ਜਾਂਦੀ ਹੈ, ਤੇ ਪੌੜੀ ਛੰਦ ਅੱਗੇ ਦੋ ਪ੍ਰਕਾਰ ਦਾ ਹੁੰਦਾ ਹੈ। ਕਿਹੜਾ ਕਿਹੜਾ? ਸਿਰਖੰਡੀ ਤੇ ਨਿਸ਼ਾਨੀ, ਦੋ ਇਸ ਦੇ ਟਾਈਪਸ ਨੇਗੀਆਂ ਜਿਹੜੀਆਂ ਪੌੜੀ ਦੀਆਂ ਨੇ। ਠੀਕ ਹੈ, ਪੌੜੀ ਛੰਦ ਦੇ ਵਿੱਚ ਵਾਰ ਲਿਖੀ ਜਾਂਦੀ ਹੈ, ਨਿਸ਼ਚਿਤ ਹੈ, ਇਹ ਫਿਕਸ ਹੈਗਾ ਕਿ ਇਹ ਇਸ ਦੇ ਵਿੱਚ ਲਿਖੀ ਜਾਏਗੀ। ਤੇ ਇਸ ਦੇ ਦੋ ਟਾਈਪਸ ਨੇਗੇ ਜਿਹੜੀਆਂ, ਉਹ ਹੈ ਜੀ ਇੱਕ ਤਾਂ ਸਿਰਖੰਡੀ ਹੈ ਤੇ ਦੂਜਾ ਨਿਸ਼ਾਨੀ। ਇਹ ਦੋਨੋਂ ਜਿਹੜੇ ਭੇਦ ਨੇਗੇ ਇਸ ਦੇ। ਤੇ ਹੁਣ ਦੇਖੋ ਇਹਨਾਂ ਦੀ ਨਿਸ਼ਾਨੀ ਕੀ ਹੈ, ਆਪਾਂ ਇਹ ਵੀ ਜਾਣ ਲੈਂਦੇ ਹਾਂ ਕਿ ਸਿਰਖੰਡੀ ਕਿਹੜਾ ਹੁੰਦਾ ਹੈਗਾ ਤੇ ਆਪਣਾ ਇਹ ਛੰਦ ਜਿਹੜਾ ਉਹ ਨਿਸ਼ਾਨੀ ਕਿਹੜਾ ਹੁੰਦਾ ਹੈ, ਆਪਾਂ ਇਹ ਵੀ ਇੱਥੇ ਸਮਝ ਲੈਂਦੇ ਹਾਂ। ਹੁਣ ਦੇਖੋ ਜਿਹੜਾ ਸਿਰਖੰਡੀ ਹੁੰਦਾ ਇਹਦੇ ਵਿੱਚ ਤੁਕਾਂਤ ਹੈਗਾ ਜਿਹੜਾ, ਕੋਈ ਵੀ ਮੰਨ ਲਓ ਕੋਈ ਗਾਣਾ ਹੁੰਦਾ ਉਹਦੇ ਵਿੱਚ ਲਾਈਨਾਂ ਹੁੰਦੀਆਂ ਜਿਹੜੀਆਂ ਰਾਈਮ ਕਹਿ ਦਿੰਦੇ ਆ, ਉਹ ਇੱਕ ਦੂਜੇ ਦੇ ਨਾਲ ਮੈਚ ਕਰਦੀਆਂ ਹੁੰਦੀਆਂ ਨੇ, ਤਾਂ ਹੀ ਤਾਂ ਉਹਦਾ ਇੱਕ ਆਪਾਂ ਨੂੰ ਕਹਿ ਸਕਦੇ ਹਾਂ ਥੋੜ੍ਹਾ ਬਹੁਤਾ ਆਪਣੇ ਦਿਮਾਗ ਦੇ ਵਿੱਚ ਉਹ ਰਿਲੇਟ ਕਰਦੀ ਹੈ, ਲਾਈਨ ਇੱਕ ਦੂਜੇ ਦੇ ਨਾਲ ਦੋਨੋਂ ਮੈਚ ਕਰਦੀਆਂ ਨੇ। ਠੀਕ ਹੈ, ਹੁਣ ਇੱਦਾਂ ਹੀ ਇਹਦੇ ਵਿੱਚ ਹੁੰਦਾ। ਜਦੋਂ ਆਪਾਂ ਸਿਰਖੰਡੀ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਮੱਧ ਵਾਲੀਆਂ ਜਿਹੜੀਆਂ ਲਾਈਨਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਤੁਕਾਂਤ ਦਾ ਮੇਲ ਹੋਏਗਾ, ਤੇ ਜਿਹੜਾ ਨਿਸ਼ਾਨੀ ਹੈਗੀ ਉਹਦੇ ਵਿੱਚ ਅੰਤ ਦੇ ਵਿੱਚ ਮੇਲ ਹੋਏਗਾ। ਬਾਕੀ ਆਪਾਂ ਇਸ ਨੂੰ ਦੇਖੋ ਦੁਬਾਰਾ ਇੱਥੇ ਇੱਕ ਵਾਰ ਸਮਝਦੇ ਹਾਂ। ਦੇਖੋ ਇੱਕ ਤਾਂ ਸਿਰਖੰਡੀ ਕੀ ਸੀਗਾ, ਮੰਨ ਲਓ ਕੋਈ ਬੰਦਾ ਹੈ, ਠੀਕ ਹੈ, ਬੰਦਾ ਸੀਗਾ, ਤਾਂ ਉਹਦੇ ਉੱਤੇ ਕਿਸੇ ਬੰਦੇ ਨੇ ਵਾਰ ਕੀਤਾ, ਵਾਰ ਦੀ ਆਪਾਂ ਗੱਲ ਕਰ ਰਹੇ ਹਾਂ, ਇੱਥੇ ਵਾਰ ਕਰਤਾ ਸਿਰ ਦੇ ਉੱਤੇ, ਕੋਈ ਵੀ ਮੰਨ ਲਓ ਕੋਈ ਕਿਸੇ ਵੀ ਹਥਿਆਰ ਦੇ ਨਾਲ ਵਾਰ ਕੀਤਾ, ਤਾਂ ਉਹਦਾ ਜਿਹੜਾ ਸਿਰ ਸੀਗਾ ਉਹਦੇ ਖੰਡ ਹੋ ਗਏ, ਇੱਧਰ ਇੱਕ ਖੰਡ ਇੱਧਰ ਵਗ ਗਿਆ, ਖੰਡ ਯਾਨੀ ਕਿ ਉਹਦੇ ਦੋ ਪਾਰਟ ਹੋ ਗਏ, ਦੋ ਭਾਗ ਹੋ ਗਏ ਸਿਰ ਦੇ। ਇੱਕ ਭਾਗ ਤਾਂ ਸਿਰ ਦਾ ਇੱਧਰ ਰਹਿ ਗਿਆ ਤੇ ਇੱਕ ਭਾਗ ਸਿਰ ਦਾ ਇੱਧਰ ਰਹਿ ਗਿਆ, ਯਾਨੀ ਕਿ ਦੋ ਖੰਡ ਉਹਦੇ ਸਿਰ ਦੇ ਬਣ ਗਏ। ਯਾਨੀ ਕਿ ਸਿਰ ਖੰਡ ਕਿੱਥੋਂ ਹੋ ਗਏ ਸਿਰ ਦੇ ਦੋ ਖੰਡ, ਉਹ ਵਿਚਕਾਰ ਤੋਂ ਹੋ ਗਏ, ਯਾਨੀ ਕਿ ਵਿਚਕਾਰ ਤੋਂ ਸਿਰ ਪਾਟ ਗਿਆ ਉਸ ਬੰਦੇ ਦਾ। ਠੀਕ ਹੈ, ਅੱਧਾ ਸਿਰ ਇੱਧਰ ਹੋ ਗਿਆ ਤੇ ਅੱਧਾ ਇੱਧਰ। ਹੁਣ ਦੇਖੋ ਸਿਰ ਦੇ ਉੱਤੇ ਵਾਰ ਕੀਤਾ, ਠੀਕ ਹੈ, ਸਿਰ ਦੇ ਉੱਤੇ ਵਾਰ ਕੀਤਾ, ਖੰਡ ਬਣ ਗਏ ਸਿਰ ਦੇ, ਯਾਨੀ ਕਿ ਦੋ ਪਾਰਟ ਉਸ 'ਤੇ ਬਣ ਗਏ ਸਿਰ ਦੇ। ਕਿੱਥੋਂ ਬਣ ਗਏ? ਮੱਧ ਤੋਂ। ਲਓ ਜੀ, ਇਹ ਲਾਈਨ ਤੁਸੀਂ ਯਾਦ ਰੱਖਿਓ, ਤੁਹਾਡਾ ਕੰਮ ਹੋ ਜਾਏਗਾ। ਉਸ ਤੋਂ ਬਾਅਦ ਫਿਰ ਅੱਗੇ ਜਿਹੜੀ ਆਪਾਂ ਨਿਸ਼ਾਨੀ ਦੀ ਗੱਲ ਕਰਦੇ ਹਾਂ, ਜਿਹੜਾ ਨਿਸ਼ਾਨੀ ਜਿਹੜਾ ਆਪਾਂ ਇਸ ਦੇ ਵਿੱਚ ਪੌੜੀ ਵਰਤਦੇ ਹਾਂ,
ਇਹ ਹੁੰਦਾ ਹੈਗਾ ਜਿਹੜੀ ਤੁਕਾਂਤ ਹੁੰਦੀ ਹੈ, ਕੋਈ ਵੀ ਰਾਈਮ ਮਿਲਦੀ ਹੈ ਉਹ ਐਂਡ ਦੇ ਵਿੱਚ ਮਿਲੇਗੀ। ਜਿਹੜੀ ਲਾਈਨ ਹੈਗੀ ਉਹਦੇ ਐਂਡ ਦੀਆਂ ਜਿਹੜੀਆਂ ਸਤਰਾਂ ਨੇ ਐਂਡ ਦੇ ਵਿੱਚ ਜਾ ਕੇ ਐਂਡਲੇ ਵਰਡ ਨੇ ਜਿਹੜੇ ਰਾਈਮ ਉਹ ਆਪਸ ਦੇ ਵਿੱਚ ਮੈਚ ਹੋਏਗੀ। ਨਿਸ਼ਾਨੀ ਆਪਾਂ ਕਹਿ ਦਿੰਦੇ ਹਾਂ। ਕੋਈ ਵੀ ਮੰਨ ਲਓ ਇੱਥੇ ਆਪਾਂ ਨੇ ਪੇਪਰ ਹੈਗਾ, ਠੀਕ ਹੈ, ਪਹਿਲਾਂ ਕੀ ਹੁੰਦਾ ਸੀ ਆਪਾਂ ਪੇਪਰ ਦੇ ਕੇ ਆਉਂਦੇ ਸੀ, ਸਾਰਾ ਕੁਐਸਚਨ ਪੇਪਰ ਸਾਰਾ ਪੇਪਰ ਲਿਖਣ ਤੋਂ ਬਾਅਦ ਆਪਾਂ ਐਂਡ ਦੇ ਵਿੱਚ ਇੱਥੇ ਨਿਸ਼ਾਨੀ ਲਗਾ ਦਿੰਦੇ ਸੀਗੇ ਕਿ ਇੱਥੇ ਨਿਸ਼ਾਨੀ ਲਗਾਤੀ ਕਿ ਇਸ ਤੱਕ ਇੱਥੇ ਤੱਕ ਆਪਾਂ ਨੇ ਪੇਪਰ ਕੀਤਾ, ਬਾਕੀ ਸਾਰਾ ਖਾਲੀ ਛੱਡਿਆ ਹੋਇਆ। ਜਾਂ ਯਾਨੀ ਕਿ ਕੋਈ ਬਾਅਦ ਦੇ ਵਿੱਚ ਉਸ ਦੇ ਵਿੱਚ ਪੇਪਰ ਦੇ ਵਿੱਚ ਆਪਣੀ ਕਲਾਕਾਰੀ ਨਾ ਵਿਖਾ ਕੇ ਇੱਕ ਨਿਸ਼ਾਨੀ ਲਗਾ ਦਿੱਤੀ। ਕਿੱਥੇ ਲਗਾਈ ਨਿਸ਼ਾਨੀ? ਐਂਡ ਤੇ, ਯਾਨੀ ਕਿ ਉਹ ਅੰਤ ਦੇ ਵਿੱਚ ਲਗਾਈ। ਇਸੇ ਤਰ੍ਹਾਂ ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ ਕਿ ਦੇਖੋ ਅੰਤ ਦੇ ਵਿੱਚ ਨਿਸ਼ਾਨੀ। ਬਸ ਇਦਾਂ ਤੁਸੀਂ ਇਸ ਨੂੰ ਥੋੜ੍ਹਾ ਬਹੁਤਾ ਰਿਲੇਟ ਕਰ ਲਿਓ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਕੀ ਸਮਝਦੇ ਹਾਂ ਕਿ ਜਿਹੜੀ ਪੌੜੀ ਹੁੰਦੀ ਹੈ ਉਸ ਨੂੰ ਬਾਰ ਦਾ ਸਰੀਰ ਮੰਨਿਆ ਜਾਂਦਾ ਹੈ। ਬਾਰ ਜਿਹੜੀ ਹੁੰਦੀ ਹੈ, ਦੇਖੋ ਇੱਥੇ ਤੁਹਾਨੂੰ ਉੱਪਰਲੀ ਪਹਿਲੀ ਲਾਈਨ ਦੇ ਵਿੱਚ ਹੀ ਆਪਾਂ ਨੇ ਵੈਸੇ ਤਾਂ ਦੱਸ ਹੀ ਦਿੱਤਾ ਹੈ ਕਿ ਜਿਹੜੀ ਬਾਰ ਹੁੰਦੀ ਹੈ ਪੌੜੀ ਛੰਦ ਦੇ ਵਿੱਚ ਲਿਖੀ ਜਾਣੀ ਚਾਹੀਦੀ ਹੈ, ਠੀਕ ਹੈ, ਮੇਨ ਗੱਲ। ਉਸੇ ਤਰ੍ਹਾਂ ਜਿਹੜੀ ਪੌੜੀ ਹੈਗੀ, ਜਦੋਂ ਦੇਖੋ ਪੌੜੀ ਛੰਦ ਦੇ ਵਿੱਚ ਬਾਰ ਲਿਖੀ ਗਈ ਤਾਂ ਕੀ ਬਣ ਗਿਆ? ਇਹ ਮੇਨ ਪਾਰਟ, ਉਸ ਦਾ ਆਪਾਂ ਮੇਨ ਅੰਗ ਮੰਨ ਸਕਦੇ ਹਾਂ ਉਸ ਨੂੰ, ਜਾਂ ਮੇਨ ਬੋਡੀ ਮੰਨ ਸਕਦੇ ਹਾਂ। ਪੌੜੀ ਹੈਗੀ ਜਿਹੜੀ, ਇਸ ਨੂੰ ਬਾਰ ਦਾ ਸਰੀਰ ਮੰਨਿਆ ਜਾਂਦਾ ਹੈ। ਜਾਂ ਪਿੰਡਾ, ਆਪਾਂ ਬੋਡੀ ਕਹਿ ਦਿੰਦੇ ਹਾਂ, ਪਿੰਡਾ ਵਰਡ ਵਰਤਦੇ ਆਪਾਂ ਪੰਜਾਬੀ ਦੇ ਵਿੱਚ, ਤਾਂ ਬਾਰ ਦਾ ਪਿੰਡਾ ਮੰਨ ਸਕਦੇ ਹਾਂ ਆਪਾਂ, ਬਾਰ ਦਾ, ਠੀਕ ਹੈ, ਕਲੇਵਰ ਮੰਨ ਸਕਦੇ ਹਾਂ, ਜਾਂ ਫਿਰ ਸਰੀਰ ਜਾਂ ਬੋਡੀ, ਕੋਈ ਵੀ ਤੁਸੀਂ ਇਹਨਾਂ ਦੇ ਵਿੱਚੋਂ ਵਰਡ ਯੂਜ਼ ਕਰ ਸਕਦੇ ਹੋ, ਠੀਕ ਹੈ। ਹੁਣ ਦੇਖੋ ਦੁਬਾਰਾ ਇਸ ਲਾਈਨ ਨੂੰ ਪੜ੍ਹੋ। ਪੌੜੀ ਨੂੰ ਬਾਰ ਦਾ ਪਿੰਡਾ ਆਪਾਂ ਵਿਲੇਜ ਵਾਸਤੇ ਵਰਡ ਨਹੀਂ ਵਰਤਿਆ ਇਹ, ਆਪਾਂ ਇੱਥੇ ਪਿੰਡਾ ਆਪਣੀ ਬੋਡੀ ਨੂੰ ਵੀ ਪਿੰਡਾ ਕਹਿੰਦੇ ਹਾਂ, ਉਹ ਵਰਡ ਹੈਗਾ ਇਹ, ਠੀਕ ਹੈ। ਪੌੜੀ ਨੂੰ ਬਾਰ ਦਾ ਪਿੰਡਾ, ਸਰੀਰ ਯਾਨੀ ਕਿ ਬੋਡੀ, ਜਾਂ ਫਿਰ ਕਲੇਵਰ ਜਿਹੜਾ ਕਹਿੰਦੇ ਆਂਗੇ ਜਾਂ ਮੰਨਿਆ ਜਾਂਦਾ ਹੈਗਾ ਇਸ ਨੂੰ, ਪੌੜੀ ਨੂੰ, ਠੀਕ ਹੈ। ਤਾਂ ਇਹ ਚੀਜ਼ ਮੇਨ ਜਿਹੜੀ ਗੱਲਬਾਤ ਹੈਗੀ, ਇਹ ਲਾਈਨਾਂ ਦੇ ਵਿੱਚ ਤੁਸੀਂ ਇੱਥੇ ਬਾਰ ਨੂੰ ਪੂਰੀ ਤਰ੍ਹਾਂ ਸਮਝ ਗਏ ਹੋਵੋਗੇ। ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਹਾਂ, ਜਿਹੜੀਆਂ ਬਾਰ ਦੀਆਂ ਕਿਸਮਾਂ ਨੇਗੀਆਂ ਉਹ ਪੜ੍ਹ ਲੈਂਦੇ ਹਾਂ। ਹੁਣ ਦੇਖੋ ਜਿਹੜੀ ਬਾਰ ਹੈਗੀ ਉਹ ਇੱਕ ਟਾਈਪ ਦੀ ਤਾਂ ਹੁੰਦੀ ਨਹੀਂ। ਵੈਸੇ ਆਪਾਂ ਉੱਪਰ ਜਿਹੜੀ ਕੱਲ੍ਹ ਕਲਾਸ ਲਗਾਈ ਸੀ ਉਹਦੇ ਵਿੱਚ ਆਪਾਂ ਸਮਝ ਲਿਆ ਸੀਗਾ ਬਾਰ ਨੂੰ ਕਿ ਬਾਰ ਇੱਕ ਤਰ੍ਹਾਂ ਦੀ ਨਹੀਂ ਹੁੰਦੀ, 12 ਕਈ ਤਰ੍ਹਾਂ ਦੀਆਂ ਹੁੰਦੀਆਂ ਨੇ। ਦੇਖੋ 12 ਕਈ ਤਰ੍ਹਾਂ ਦੀਆਂ ਕਿੱਦਾਂ? ਜਿਹੜੀਆਂ 9 12 ਪਹਿਲਾਂ ਤਾਂ ਆਦਿ ਕਾਲ ਦੇ ਵਿੱਚ ਜਿਹੜੀਆਂ 6 12 ਲਿਖੀਆਂ ਗਈਆਂ, ਉਸ ਤੋਂ ਬਾਅਦ ਮੱਧ ਕਾਲ ਦੇ ਵਿੱਚ 3 12 ਲਿਖੀਆਂ ਗਈਆਂ, 3 12 ਸੀਗੀਆਂ, 3 12 ਵੀ ਜਿਹੜੀਆਂ ਲਿਖੀਆਂ ਗਈਆਂ ਗੁਰੂ ਨਾਨਕ ਕਾਲ ਦੇ ਵਿੱਚ ਲਿਖੀਆਂ ਗਈਆਂ। ਹੁਣ ਦੇਖੋ ਇਹ ਜਿਹੜੀਆਂ 9 12 ਬਣੀਆਂ ਸੀ, ਇਹ 9 ਦੀਆਂ 9 12 ਕਿਹੜੀਆਂ 12 ਮੰਨਦੇ ਸੀ ਆਪਾਂ? ਲੋਕ 12, ਯਾਨੀ ਕਿ ਜਿਹੜੀਆਂ ਲੋਕਾਂ ਦੁਆਰਾ ਰਚੀਆਂ ਗਈਆਂ, ਲੋਕ ਹੀ ਉਸ ਦੇ ਵਿੱਚ ਨਾਇਕ ਹੁੰਦੇ ਨੇ ਤੇ ਲੋਕ ਹੀ ਖਲਨਾਇਕ ਹੁੰਦੇ ਨੇ। ਯਾਨੀ ਕਿ ਮੇਨ ਗੱਲ ਜੇਕਰ ਆਪਾਂ ਨੇ ਸਮਝਣੀ ਹੋਵੇ ਕਿ ਉਹਨਾਂ ਦਾ ਆਪਾਂ ਨੂੰ ਰਾਈਟਰ ਨਹੀਂ ਸੀ ਪਤਾ, ਉਹਨਾਂ ਦਾ ਆਪਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਉਹ ਰਚੀਆਂ ਕਿਹਨਾਂ ਨੇ, ਠੀਕ ਹੈ, ਤਾਂ ਕਰਕੇ ਉਹ ਲੋਕ 12 ਬਣ ਗਈਆਂ। ਉਹ ਲੋਕ ਹੀ ਰਚਣ ਵਾਲੇ ਆਪਾਂ ਨੇ ਮੰਨ ਲਏ, ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਸਮੂਹ ਦੇ ਦੁਆਰਾ ਰਚੀਆਂ ਗਈਆਂ ਮੰਨ ਲੈਂਦੇ ਹਾਂ। ਜਿੱਦਾਂ ਵਿਆਹ ਦੇ ਵਿੱਚ ਜਿਹੜੇ ਗਾਣੇ ਗਾਏ ਜਾਂਦੇ ਨੇ, ਸੁਹਾਗ ਘੋੜੀਆਂ ਜੋ ਵੀ ਗਾਇਆ ਜਾਂਦਾ ਹੈ, ਠੀਕ ਹੈ, ਉਹਨਾਂ ਦਾ ਆਪਾਂ ਨੂੰ ਇਹ ਤਾਂ ਨਹੀਂ ਪਤਾ ਕਿ ਉਹ ਕਿਸ ਰਾਈਟਰ ਨੇ ਲਿਖੇ ਨੇ, ਪਰ ਅੱਜ ਦੇ ਜਿਹੜੇ ਗਾਣੇ ਹੁੰਦੇ ਨੇ ਆਪਾਂ ਨੂੰ ਪਤਾ ਵੀ ਸਿੱਧੂ ਮੂਸੇਵਾਲੇ ਨੇ ਲਿਖਿਆ ਕੋਈ, ਜਾਂ ਕਿਸੇ ਵੀ ਆਪਾਂ ਰਾਈਟਰ ਦਾ ਨਾਮ ਲੈ ਲੈਂਦੇ ਹਾਂ ਕਿ ਉਹ ਬੰਦੇ ਨੇ ਗਾਣਾ ਲਿਖਿਆ, ਆਪਾਂ ਨੂੰ ਪਤਾ ਹੈ ਕਿ ਉਹ ਉਸ ਦਾ ਗਾਣਾ ਹੈ। ਪਰ ਜੇਕਰ ਗਾਣਾ ਇੱਦਾਂ ਦਾ ਹੋਵੇ, ਆਪਾਂ ਨੂੰ ਪਤਾ ਹੀ ਨਾ ਹੋਵੇ, ਉਹਦਾ ਕੋਈ ਲਿਖਤੀ ਥਾਂ ਪਤਾ ਹੀ ਨਾ ਹੋਵੇ ਕਿ ਉਹ ਬੰਦਾ ਕਿਸ ਨੇ ਲਿਖਿਆ, ਕੌਣ ਉਸ ਦੇ ਵਿੱਚ ਮਤਲਬ ਕਿ ਉਹਨੂੰ ਲਿਖਣ ਵਾਲਾ ਸੀ, ਕੌਣ ਪਹਿਲੀ ਵਾਰ ਕਿਸ ਨੇ ਗਾਇਆ, ਜੇਕਰ ਇਹ ਨਾ ਪਤਾ ਹੋਵੇ ਤਾਂ ਉਹ ਇੱਕ ਲੋਕ ਗੀਤ ਬਣ ਜਾਂਦਾ ਹੈ, ਠੀਕ ਹੈ। ਇੱਦਾਂ ਹੀ ਜਿਹੜੇ ਲੋਕ ਗੀਤ ਹੁੰਦੇ ਨੇਗੇ ਉਹਨਾਂ ਦਾ ਆਪਾਂ ਨੂੰ ਰਾਈਟਰ ਨਹੀਂ ਪਤਾ ਹੁੰਦਾ। ਇੱਦਾਂ ਹੀ ਇਹ 12 ਦੇ ਨਾਲ ਹੋਇਆ ਕਿ ਉਹ 9 12 ਸੀਗੀਆਂ ਜਿਹੜੀਆਂ ਉਹ ਇੱਦਾਂ ਹੀ ਅਨਨੋਨ ਪਰਸਨ ਦੇ ਦੁਆਰਾ ਲਿਖੀਆਂ ਗਈਆਂ, ਉਹਨਾਂ ਦਾ ਆਪਾਂ ਥੋ ਪਤਾ ਨਹੀਂ ਸੀਗਾ ਕੋਈ, ਤੇ ਇਸੇ ਕਰਕੇ ਉਹ ਲੋਕ 12 ਬਣ ਗਿਆ। ਹੁਣ ਦੇਖੋ 12 ਦੀ ਜਿਹੜੀ ਕਿਸਮ ਸੀ ਲੌਕਿਕ 12, ਆਪਾਂ ਲੋਕ 12 ਨੂੰ ਕਹਿ ਸਕਦੇ ਹਾਂ। ਉਸ ਤੋਂ ਬਿਨਾਂ ਫਿਰ ਜਿਹੜੀਆਂ ਆਪਾਂ ਨੇ 22 ਅਧਿਆਤਮਿਕ 12 ਸੀਗੇ, ਜਿਹੜੀਆਂ 22 12 ਕੱਲ੍ਹ ਤੁਹਾਨੂੰ ਕਾਊਂਟ ਕਰਕੇ ਦਿਖਾਈਆਂ ਸੀ ਕਿ 3 12 ਗੁਰੂ ਨਾਨਕ ਦੇਵ ਜੀ ਨੇ ਲਿਖੀਆਂ, ਆਸਾ ਦੀ ਵਾਰ, ਠੀਕ ਹੈ। ਇਹ ਸਾਰੀਆਂ ਜਿਹੜੀਆਂ 12 ਸੀ ਗੁਰੂ ਨਾਨਕ ਦੇਵ ਜੀ ਨੇ ਲਿਖੀਆਂ, ਤੇ ਉਸ ਤੋਂ ਬਾਅਦ ਫਿਰ ਬਾਕੀ ਗੁਰੂ ਸਾਹਿਬਾਨਾਂ ਨੇ ਜਿਹੜੀਆਂ 12 ਲਿਖੀਆਂ ਉਹ 22 12 ਸੀਗੀਆਂ, ਜਿਹੜੀਆਂ ਉਹ 12 ਅਧਿਆਤਮਿਕ 12 ਸੀ। ਉਸ ਤੋਂ ਬਾਅਦ ਫਿਰ ਆਪਾਂ ਭਾਈ ਗੁਰਦਾਸ ਜੀ ਦੀਆਂ 12 ਨੂੰ ਵੀ ਗਿਣਿਆ ਸੀਗਾ 39 12, ਠੀਕ ਹੈ, 39 ਜਾਂ 40 ਜੋ ਵੀ ਆਪਾਂ ਅੱਗੇ ਗੁਰਮਤਿ ਦੇ ਵਿੱਚ ਕਰਨ ਵਾਲੇ ਹਾਂ ਉਹ ਤੁਹਾਨੂੰ ਬਿਲਕੁਲ ਕਲੀਅਰ ਕਰ ਦਾਂਗੇ ਟੌਪਿਕ ਉਸ ਦਾ। ਹੁਣ ਦੇਖੋ ਅਧਿਆਤਮਿਕ 12 ਵੀ ਹੋ ਗਈਆਂ, ਠੀਕ ਹੈ, ਤੇ ਉਸ ਤੋਂ ਬਾਅਦ ਇਤਿਹਾਸਿਕ 12 ਤੇ ਆਧੁਨਿਕ 12, ਇਹ ਇੰਨੀਆਂ ਜਿਹੜੀਆਂ ਇਸ ਦੀਆਂ ਕਿਸਮਾਂ ਨੇਗੀਆਂ ਜਿਹੜੀਆਂ 12 ਦੀਆਂ ਰਹਿਣ ਵਾਲੀਆਂ ਨੇ। ਹੁਣ ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਸਮਝ ਲੈਂਦੇ ਹਾਂ ਕਿ ਕਿਹੜੀ ਵਾਰ ਹੈਗੀ ਜਿਹੜੀ ਉਸ ਦਾ ਮਹੱਤਵ ਕਿਸ ਦੇ ਨਾਲ ਜੁੜਦਾ ਹੈਗਾ ਤੇ ਉਹਦੇ ਵਿੱਚ ਕਿਹੜਾ ਰਸ ਹੈਗਾ ਜਿਹੜਾ ਵਰਤਿਆ ਜਾਂਦਾ। ਹੁਣ ਦੇਖੋ ਜੇਕਰ ਆਪਾਂ ਗੱਲ ਕਰੀਏ ਅਧਿਆਤਮਿਕ ਪਹਿਲੀ ਟਾਈਪ ਤੋਂ ਆਪਾਂ ਇਸ ਨੂੰ ਸ਼ੁਰੂ ਕਰਦੇ ਹਾਂ। ਜਿਹੜੀ ਅਧਿਆਤਮਿਕ ਵਾਰ ਹੁੰਦੀ ਹੈਗੀ ਉਹਦੇ ਵਿੱਚ ਅਧਿਆਤਮਿਕਤਾ ਹੁੰਦੀ ਹੈ, ਜਾਣੀ ਕਿ ਆਤਮਾ ਪਰਮਾਤਮਾ ਦੀਆਂ ਗੱਲਾਂ ਬਾਤਾਂ ਉਸ ਦੇ ਵਿੱਚ ਹੁੰਦੀਆਂ ਨੇਗੀਆਂ, ਠੀਕ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਲਿਖੀਆਂ ਜਾਂ
ठीक है। कोई भी गुरु साहिबान ने जिहड़ियां गुरु रामदास जी ने, गुरु अर्जन देव जी ने जिहड़ियां वारां लिखियां उन्हां दे विच अध्यात्मिकता सीगी, शांत रस सीगा उन्हां दे विच। हुण इन्हां दे विच अध्यात्मिक रस देखो, ये जदों 12 हो गया तुसीं ये चीज़ देखो, बार इत्थे लिखिया होया, बार दे विच वीरता की गल तां होएगी, ठीक है। पर इन्हां नूं आपां अध्यात्मिक क्यों कहता? अध्यात्मिक कहण दा कारण यह सीगा कि उस दे विच उसदा कंपोनेंट ज़्यादा सीगा, किसदा? अध्यात्मिकता दा, ठीक है। हुण देखो जिवें आपां H2O ਜਾਂ कोई भी आपां वर्ड वरतदे आ, आपां ये सिंबल लैंदे आ, इहदे विच जिहड़ी चीज़ की क्वांटिटी ज़्यादा होएगी आपां उसनूं उसदी एक तरह उसनूं आपां उसदी मेजोरिटी देख लैंदे आ कि ਉਹਦੇ ਵੱਲ उसदा पलड़ा भारी हो जाता है। इदां ही की सीगा कि ਹਨ ਤਾਂ ਇਹ भी 12 पर ਇਹਦੇ ਵਿੱਚ ਕੀ ਹੋਇਆ कि ਇਹਨਾਂ ਦੇ ਵਿੱਚ ਅਧਿਆਤਮਿਕਤਾ ਦਾ ਰਸ ਪ੍ਰਧਾਨ ਸੀ। ਤਾਂ ਇਹ ਵਰਡ ਤੁਸੀਂ ਸੁਣਿਆ ਹੋਏਗਾ ਕਿ ਕਿਸੇ ਚੀਜ਼ ਦਾ ਰਸ ਪ੍ਰਧਾਨ ਹੈ। ਹੁਣ ਇਹਦੇ ਵਿੱਚ ਹੈਗੀਆਂ ਤਾਂ ਇਹ ਵੀ 12 ਨੇ, ਇਹਦੇ ਵਿੱਚ ਵੀ ਵੀਰਤਾ ਦੀ ਗੱਲ ਹੋਏਗੀ ਕਿਉਂਕਿ 12 ਸ਼ਬਦ ਇੱਦਾਂ ਤਾਂ ਇਹਦੇ ਨਾਲ ਨਹੀਂ ਜੁੜਿਆ। ਪਰ ਇੱਥੇ ਕੀ ਹੋਇਆ ਕਿ ਇਹਦੇ ਵਿੱਚ ਅਧਿਆਤਮਿਕਤਾ ਦਾ ਰਸ ਪ੍ਰਧਾਨ ਸੀ, ਉਹਦਾ ਜ਼ਿਆਦਾ ਇਸ ਦੇ ਵਿੱਚ ਆਪਾਂ ਨੂੰ ਹਵਾਲਾ ਮਿਲਦਾ ਹੈ। 12 ਉਹ ਮਤਲਬ ਕਿ ਇਹਦਾ ਪਲ ਸੀਗਾ ਜਿਹੜਾ ਥੋੜ੍ਹਾ ਕੁ ਇਹ ਘਟ ਗਿਆ, ਇਸ ਦਾ ਪਲੜਾ ਇਹ ਥੋੜ੍ਹਾ ਕੁ ਭਾਰੀ ਪੈ ਗਿਆ, ਤਾਂ ਕਰਕੇ ਇਹ ਅਧਿਆਤਮਿਕਤਾ ਦੇ ਵੱਲ ਚਲੀਆਂ ਗਈਆਂ। ਅਤੇ ਇਹ 12 ਉਹ ਨੇਗੀਆਂ ਕੁਛ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ, ਜਿਹੜੀਆਂ ਗੁਰੂ ਸਾਹਿਬਾਨਾਂ ਨੇ ਰਚੀਆਂ। ਬਾਕੀ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ 12 ਨੇ ਉਹ ਵੀ। ਤਾਂ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਹੁੰਦਾ ਕੀ ਹੈਗਾ, ਇਹਦੇ ਵਿੱਚ ਸ਼ਾਂਤ ਰਸ ਹੁੰਦਾ, ਜਿਹੜੀਆਂ ਅਧਿਆਤਮਿਕ 12 ਨੇ, ਅਤੇ ਇਹਦੇ ਵਿੱਚ ਆਤਮਾ ਪਰਮਾਤਮਾ ਦੀਆਂ ਗੱਲਾਂ ਹੁੰਦੀਆਂ ਨੇ, ਬੰਦਗੀ ਭਜਨ ਬੰਦਗੀ, ਇਹ ਸਾਰਾ ਕੁਛ ਆਪਾਂ ਨੂੰ ਅਧਿਆਤਮਿਕ 12 ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਲੌਕਿਕ 12, ਲੌਕਿਕ 12 ਨੂੰ ਆਪਾਂ ਲੋਕ 12 ਦੇ ਨਾਲ ਵੀ ਜਾਣਦੇ ਹਾਂ, ਜਿਹੜੀਆਂ ਆਪਾਂ ਨੇ ਉਹ ਕੱਲ੍ਹ ਦੀ ਕਲਾਸ ਦੇ ਵਿੱਚ 9 ਉੱਪਰ 12 ਪੜ੍ਹੀਆਂ ਸੀ, ਉਹ ਇੱਕ ਵਾਰ ਤੁਹਾਨੂੰ ਆਪਾਂ ਇੱਥੇ ਦਿਖਾਈ ਦਿੰਦੇ ਆਂਗੇ। ਹੁਣ ਦੇਖੋ ਜੀ, ਜਿਹੜੀਆਂ ਤਾਂ ਆਪਾਂ ਨੇ 12 ਪੜ੍ਹੀਆਂ ਸੀਗੀਆਂ ਉਹ ਅਧਿਆਤਮਿਕ 12 22 39 ਵਾਲੀਆਂ, ਇਹ ਸਾਰੀਆਂ ਅਧਿਆਤਮਿਕ ਸੀ। ਬਾਕੀ ਜਿਹੜੀਆਂ ਉਸ ਤੋਂ ਬਾਅਦ ਆਪਾਂ ਨੇ ਇਹ 9 12 ਪੜ੍ਹੀਆਂ ਸੀ, ਰਾਏ ਕਮਾਲ ਮੌਜ ਦੀ ਵਾਰ, ਟੁੰਡੇ ਸਰਾਜੇ ਦੀ ਵਾਰ, ਸਿਕੰਦਰ ਇਬਰਾਹਿਮ ਦੀ ਵਾਰ, ਲੱਲਾ ਬਹਿਰੀਮਾ ਦੀ ਵਾਰ, ਹਸਨੇ ਮਹਿਮੇ ਦੀ ਵਾਰ, ਮੂਸੇ ਦੀ ਵਾਰ, ਇਹ ਤਾਂ ਆਦਿ ਕਾਲ ਦੀਆਂ 12 ਸੀਗੀਆਂ ਸਾਰੀਆਂ। ਇਹ ਲੋਕ 12 ਸੀਗੀਆਂ 6, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ, 3 ਵਾਰਾਂ ਫਿਰ ਅੱਗੇ ਅਗਲੇ ਕਾਲ ਦੇ ਵਿੱਚ ਰਚੀਆਂ ਗਈਆਂ। ਮੱਧ ਕਾਲ ਦਾ ਜਿਹੜਾ ਇੱਕ ਪਾਰਟ ਸੀ ਗੁਰੂ ਨਾਨਕ ਕਾਲ, ਇਹਦੇ ਵਿੱਚ ਠੀਕ ਹੈ ਮਲਕ ਮਰੀਦ ਤਥਾ ਚੰਦਰੜਾ ਸੋਈਆ ਦੀ ਵਾਰ ਸੀਗੀ ਜਿਹੜੀ ਇਹ ਰਚੀ ਗਈ, ਯੋਧੇ ਵੀਰ ਪੁਰਵਾਣੀ ਦੀ ਵਾਰ ਰਚੀ ਗਈ, ਰਾਣਾ ਕੈਲਾਸ਼ ਦੀ ਵਾਰ, ਇਹ ਸਾਰੀਆਂ 3 ਵਾਰਾਂ ਇਹ ਸੀ। ਯਾਨੀ ਕਿ ਇਹ ਜਿਹੜੀਆਂ 9 ਸੀਗੀਆਂ, 6 ਤੇ 3 9, ਇਹ ਜਿਹੜੀਆਂ 12 ਸੀਗੀਆਂ 9 ਇਹ ਲੋਕ 12 ਸੀਗੀਆਂ। ਹੁਣ ਤੁਸੀਂ ਇੱਥੋਂ ਦੇਖੋ ਇਹਨਾਂ ਨੂੰ ਸਮਝ ਗਏ ਹੋਵੋਗੇ ਇਸ ਚੀਜ਼ ਨੂੰ, ਇਹ ਲੋਕ 12 ਯਾਨੀ ਕਿ ਲੌਕਿਕ 12 ਹੋ ਗਈਆਂ ਇਹ। ਉਸ ਤੋਂ ਬਾਅਦ ਫਿਰ ਅੱਗੇ ਚੱਲਦੇ ਹਾਂ, ਜਿਹੜੀ ਤੀਜੀ ਕਿਸਮ ਹੈਗੀ ਇਸ ਦੀ, ਇਹ ਨੇਗੀਆਂ ਇਤਿਹਾਸਿਕ 12। ਇਤਿਹਾਸਿਕ 12 ਦੇ ਵਿੱਚ ਕੀ ਹੁੰਦਾ ਹੈਗਾ ਕਿ ਇਹਦੇ ਵਿੱਚ ਆਪਾਂ ਜਿੱਦਾਂ ਚੰਡੀ ਦੀ ਵਾਰ ਪੜ੍ਹਿਆ, ਠੀਕ ਹੈ, ਬਾਕੀ ਅੱਗੇ ਪੜ੍ਹਨਾ ਚੰਡੀ ਦੀ ਵਾਰ, ਉੱਥੇ ਨਾਮ ਆਪਾਂ ਉੱਪਰ ਕੱਲ੍ਹ ਦੀ ਕਲਾਸ ਦੇ ਵਿੱਚ ਪੜ੍ਹ ਚੁੱਕੇ ਹਾਂ। ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਰਚਨਾ ਕੀਤੀ। ਹੁਣ ਦੇਖੋ ਇਹ ਇਤਿਹਾਸਕ ਕਿਵੇਂ ਹੋ ਗਈ, ਤਾਂ ਇਹਦੇ ਵਿੱਚ ਚਲੋ ਚੰਡੀ ਦੀ ਵਾਰ ਨੂੰ ਆਪਾਂ ਥੋੜ੍ਹਾ ਬਹੁਤਾ ਮਿਥਿਹਾਸਕ ਵੀ ਕਹਿ ਲਓ, ਠੀਕ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਰਚਨਾ ਕੀਤੀ, ਠੀਕ ਹੈ। ਚੰਡੀ ਨੂੰ ਜੇਕਰ ਆਪਾਂ ਇਤਿਹਾਸ ਦੇ ਨਾਲ ਜੋੜਦੇ ਹਾਂ ਤਾਂ ਇਤਿਹਾਸਕ 12 ਦੇ ਵਿੱਚ ਕਾਊਂਟ ਕਰ ਲੈਂਦੇ ਹਾਂ, ਅਤੇ ਕੁਛ ਮਿਥਿਹਾਸਕ 12 ਵੀ ਜਿਹੜੀਆਂ ਹੁੰਦੀਆਂ ਨੇਗੀਆਂ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਹੁਣ ਜਿਵੇਂ ਨਾਦਰ ਸ਼ਾਹ ਦੀ ਜਿਹੜੀ ਵਾਰ ਹੈਗੀ ਉਹ ਇਤਿਹਾਸਕ ਆਪਾਂ ਮੰਨ ਲੈਂਦੇ ਹਾਂ, ਕਿਉਂਕਿ ਇਤਿਹਾਸ ਵੀ ਆਪਾਂ ਨੂੰ ਇਹਨਾਂ ਦਾ ਮਿਲਦਾ ਹੈਗਾ। ਹੁਣ ਜਿਹੜੀਆਂ ਇਤਿਹਾਸਕ ਅਤੇ ਕੁਛ ਕੁ ਹਵਾਲਾ, ਕੁਛ ਕੁ ਟੱਚ ਇਹਨਾਂ ਦਾ ਜਿਹੜਾ ਮਿਥਿਹਾਸਕ ਹੁੰਦਾ ਹੈ, ਇਹ ਸਾਰੀਆਂ ਇਤਿਹਾਸਕ ਵਾਰਾਂ ਹੁੰਦੀਆਂ ਨੇਗੀਆਂ ਜਿਹੜੀਆਂ, ਇਹਨਾਂ ਨੂੰ ਆਪਾਂ ਇਤਿਹਾਸਕ, ਮਿਥਿਹਾਸਕ ਅਤੇ ਕਾਲਪਨਿਕ ਇਹ ਸਾਰਾ ਕੁਛ ਇਸ ਦੇ ਵਿੱਚ ਆਪਾਂ ਕਾਊਂਟ ਕਰ ਲੈਂਦੇ ਹਾਂ। ਉਸ ਤੋਂ ਬਾਅਦ ਜਿਹੜੀਆਂ ਆਧੁਨਿਕ 12 ਨੇ, ਆਧੁਨਿਕ 12 ਨੇਗੀਆਂ ਜਿਹੜੀਆਂ ਮਿਕਸ ਹੁੰਦੀਆਂ ਨੇ, ਉਹਦੇ ਵਿੱਚ ਵੀ ਆਪਾਂ ਅੱਗੇ ਆਧੁਨਿਕ ਕਾਲ ਦੇ ਵਿੱਚ ਇਹ ਸਾਰਾ ਕੁਛ ਕਵਰ ਕਰਾਂਗੇ। ਹੁਣ ਦੇਖੋ ਉਸ ਤੋਂ ਬਾਅਦ ਇਹ ਸਾਰੀਆਂ ਟਾਈਪਸ ਨੇਗੀਆਂ ਜਿਹੜੀਆਂ ਤੁਸੀਂ ਇਹਦੀਆਂ ਸਮਝ ਲਿਆ ਹੋਣਗੀਆਂ, ਬਾਰ ਦੀਆਂ ਜਿਹੜੀਆਂ ਕਿਸਮਾਂ ਨੇਗੀਆਂ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜਿਹੜੀ ਗੱਲ ਕਰਦੇ ਹਾਂ, ਜਿਹੜੀ ਵੀਰ ਰਸੀ ਵਾਰ ਹੁੰਦੀ ਹੈ, ਉਹਦੇ ਵਿੱਚ ਵੀਰ ਜਿਹੜਾ ਆਪਾਂ ਰਸ ਹੈਗਾ ਜਿਹੜਾ ਵੀਰਤਾ ਦਾ, ਠੀਕ ਹੈ, ਉਹ ਉਸ ਦੀ ਪ੍ਰਧਾਨਗੀ ਹੁੰਦੀ ਹੈ। ਪ੍ਰਧਾਨਗੀ ਜਾਣੀ ਕਿ ਤੁਹਾਨੂੰ ਉੱਪਰ ਦੱਸ ਹੀ ਚੁੱਕੇ ਆਪਾਂ, ਪ੍ਰਧਾਨਗੀ ਮਤਲਬ ਕੀ ਹੁੰਦਾ ਹੈਗਾ ਕਿ ਕੋਈ ਰਸ ਜ਼ਿਆਦਾ ਹੁੰਦਾ ਹੈ ਅਤੇ ਕੋਈ ਘੱਟ ਹੁੰਦਾ ਹੈ। ਕੋਈ ਗਾਣਾ ਹੁੰਦਾ ਹੈ ਭੜਕਾਊ ਗਾਣਾ, ਜਿਵੇਂ ਆਪਾਂ ਆਮ ਵਰਡ ਵਰਤਦੇ ਹਾਂ ਕਿ ਉਹਦੇ ਵਿੱਚ ਲੜਾਈ ਦੀ ਗੱਲ ਕੀਤੀ ਗਈ ਹੈ, ਠੀਕ ਹੈ, ਉਹ ਮਤਲਬ ਕਿ ਇੱਕ ਹਿਪਨੋਟਾਈਜ਼ ਕਰਦਾ ਹੈਗਾ ਗਾਣਾ, ਜਿਹਦੇ ਵਿੱਚ ਜਿਹੜੇ ਗਾਣੇ ਦੇ ਵਿੱਚ ਜਿਹੜਾ ਮਿਊਜ਼ਿਕ ਲੈਵਲ ਜ਼ਿਆਦਾ ਹੋਏਗਾ ਤਾਂ ਆਪਣੀ ਥਿੰਕਿੰਗ ਉਸੇ ਤਰ੍ਹਾਂ ਹੋਏਗੀ। ਜੇਕਰ ਆਪਾਂ ਸੈਡ ਕੋਈ ਵੀ ਗਾਣਾ ਸੁਣ ਲਿਆ ਤਾਂ ਆਪਣਾ ਮਾਈਂਡ ਵੀ ਸੈਡ ਹੋ ਜਾਏਗਾ, ਅਤੇ ਜੇਕਰ ਆਪਾਂ ਨੇ ਕੋਈ ਵੀ ਬੀਟ ਵਾਲਾ ਗਾਣਾ ਸੁਣ ਲਿਆ ਕੋਈ ਵੀ, ਠੀਕ ਹੈ, ਜਿਹਦੇ ਵਿੱਚ ਮਿਊਜ਼ਿਕ ਹੋਵੇ, ਐਨਰਜੀ ਵਾਲਾ ਹੋਵੇ, ਤਾਂ ਉਸੇ ਤਰ੍ਹਾਂ ਆਪਣਾ ਇੱਧਰਲਾ ਹਵਾਲਾ ਹੋ ਜਾਏਗਾ, ਯਾਨੀ ਕਿ ਇੱਧਰ ਮਾਈਂਡ ਆਪਣਾ ਇੱਧਰ ਚਲਾ ਜਾਏਗਾ ਬੀਟ ਦੇ ਵੱਲ, ਠੀਕ ਹੈ। ਇਹ ਦੋਨੋਂ ਚੀਜ਼ਾਂ ਨੇਗੀਆਂ ਇਹਦੇ ਵਿੱਚ, ਜਿਹਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਕਰੁਣਾ ਦਾ ਰਸ ਹੋਏਗਾ ਉਹ ਇੱਦਾਂ ਹੀ ਆਪਣਾ ਮਾਈਂਡ ਬਣਾ ਦੇਗਾ। ਉਸੇ ਤਰ੍ਹਾਂ
ਜਿਹੜੀਆਂ ਇਹ 12 ਸੀਗੀਆਂ ਉਹਨਾਂ ਦੇ ਵਿੱਚ ਜਿਹੜੀ ਚੀਜ਼ ਦਾ ਰਸ ਪ੍ਰਧਾਨ ਸੀਗਾ ਉਸ ਨੂੰ ਹੀ ਉਸ ਦੇ ਨਾਲ ਜੋੜ ਦਿੱਤਾ ਜਾਂਦਾ ਹੈਗਾ। ਇਹਦੇ ਵਿੱਚ ਜਿਹੜਾ ਹੁਣ ਵੀਰ ਰਸੀ ਦੀ ਗੱਲ ਕਰਦੇ ਆ, ਇਹਦੇ ਵਿੱਚ ਵੀਰਤਾ ਦਾ ਰਸ ਹੈਗਾ ਜਿਹੜਾ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ। ਤੇ ਅਧਿਆਤਮਿਕ 12 ਨੇਗੀਆਂ ਜਿਹੜੀਆਂ ਉਹਨਾਂ ਦੇ ਵਿੱਚ ਸ਼ਾਂਤ ਰਸ ਹੁੰਦਾ, ਉਹਦੇ ਵਿੱਚ ਭਗਤੀ ਦੀ ਗੱਲ ਹੁੰਦੀ ਹੈ, ਬੰਦਗੀ ਦੀ ਗੱਲ ਹੁੰਦੀ ਹੈ, ਆਤਮਾ ਪਰਮਾਤਮਾ ਦੀ ਗੱਲ ਹੁੰਦੀ ਹੈ, ਅਧਿਆਤਮਿਕਤਾ ਦੀ ਗੱਲ ਹੁੰਦੀ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਦੇਖੋ ਇਹਦੀ ਜਿੱਥੇ ਆਪਾਂ ਨੇ ਗੱਲ ਕੀਤੀ ਵੀਰ ਰਸੀ ਹੈ, ਜਿਹੜੀ ਵੀਰ ਰਸੀ ਦੇ ਵਿੱਚ ਜਿਹੜਾ ਉਸ ਦਾ ਸਥਾਈ ਭਾਵ ਹੈ ਉਹਦੇ ਵਿੱਚ ਉਤਸ਼ਾਹ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜਾ ਆਪਾਂ ਨੇ ਅਧਿਆਤਮਿਕ 12 ਦੀ ਗੱਲ ਕੀਤੀ ਹੈ, ਇਹਦੇ ਵਿੱਚ ਜਿਹੜਾ ਸਥਾਈ ਭਾਵ ਹੈਗਾ ਉਹ ਬੈਰਾਗ ਹੁੰਦਾ ਹੈਗਾ। ਠੀਕ ਹੈ, ਇਹ ਚੀਜ਼ ਤੁਸੀਂ ਜ਼ਰੂਰ ਨੋਟ ਕਰ ਲਓ। ਤੇ ਨਾਲ ਹੀ ਜਿਹੜਾ ਵੀ ਤੁਹਾਡੇ ਕੋਲ ਟਾਈਮ ਹੁੰਦਾ ਹੈਗਾ, ਜੇਕਰ ਤਾਂ ਤੁਸੀਂ ਨਾਲ ਦੀ ਨਾਲ ਜਦੋਂ ਕਲਾਸ ਦੇਖ ਰਹੇ ਹੋ ਇਸ ਨੂੰ ਨੋਟ ਕਰਦੇ ਰਿਹਾ ਕਰੋ। ਜੋ ਵੀ ਆਪਾਂ ਤੁਹਾਡੇ ਲਈ ਬੋਲ ਵੀ ਰਹੇ ਹਾਂ, ਜਿਹੜੇ ਵਰਡ ਯੂਜ਼ ਕਰਦੇ ਹਾਂ, ਇਹਨਾਂ ਨੂੰ ਵੀ ਤੁਸੀਂ ਆਪਣੇ ਹੈਂਡ ਰਿਟਨ ਨੋਟਸ ਦੇ ਤੌਰ ਦੇ ਉੱਤੇ ਇੱਕ ਵਾਰ ਤੁਸੀਂ ਤਿਆਰ ਕਰਦੇ ਰਹੋ, ਕਿਉਂਕਿ ਇਹ ਆਪਣਾ ਮੇਨ ਹਥਿਆਰ ਹੁੰਦਾ। ਜੇਕਰ ਆਪਾਂ ਨੇ ਨੋਟਬੁੱਕ ਦੇ ਵਿੱਚ ਕੁਝ ਨੋਟ ਕੀਤਾ ਹੈ ਤਾਂ ਉਹ ਆਪਾਂ ਨੂੰ ਕੰਮ ਦੇਵੇਗਾ ਹੀ ਦੇਵੇਗਾ। ਪੇਪਰ ਦੇ ਨਜ਼ਦੀਕ ਆ ਕੇ ਆਪਾਂ ਵੀਡੀਓ ਤਾਂ ਦੇਖਣ ਤੋਂ ਰਹੇ, ਕਿਉਂਕਿ ਵੀਡੀਓਜ਼ ਦੇ ਵਿੱਚ ਆਪਾਂ ਇੰਨਾ ਟਾਈਮ ਨਹੀਂ ਖਰਾਬ ਕਰ ਸਕਦੇ ਹੁੰਦੇ, ਪਰ ਵੀਡੀਓ ਜੇਕਰ ਆਪਾਂ ਨੇ ਦੇਖੀ ਹੋਈ ਹੈ ਤੇ ਆਪਾਂ ਨਾਲ ਉਤਾਰ ਵੀ ਰਹੇ ਹਾਂ ਨੋਟਬੁੱਕ ਦੇ ਵਿੱਚ, ਤਾਂ ਉਹ ਆਪਣੇ ਦਿਮਾਗ ਦੇ ਵਿੱਚ ਇੱਕ ਸਥਾਈ ਤੌਰ ਦੇ ਉੱਤੇ ਬੈਠ ਜਾਏਗਾ। ਤੇ ਬਾਅਦ ਦੇ ਵਿੱਚ ਜਦੋਂ ਆਪਾਂ ਨੇ ਰਿਵੀਜ਼ਨ ਕਰ ਲਈ ਫਿਰ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ। ਤੇ ਨਾਲ ਤੁਸੀਂ ਡੇਲੀ ਰਿਵੀਜ਼ਨ ਵੀ ਕਰਿਆ ਕਰੋ, ਜਿਹੜਾ ਕਿ ਤੁਹਾਨੂੰ ਆਪਾਂ ਦੱਸ ਰਹੇ ਹਾਂ ਹੁਣ। ਜਿੱਦਾਂ ਆਪਾਂ ਨੇ ਤੁਹਾਨੂੰ ਇਹ ਸਮਝਾਇਆ ਹੈਗਾ, ਜੋ ਵੀ ਇੱਥੇ ਗੱਲਬਾਤ ਦੱਸੀ ਹੈ, ਇਸ ਨੂੰ ਨਾਲ ਦੀ ਨਾਲ ਤੁਸੀਂ ਨੋਟਬੁੱਕ ਦੇ ਵਿੱਚ ਨੋਟ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਇੱਕ ਵਾਰ ਇਹ ਕਲਾਸ ਦੇਖ ਕੇ ਉਸ ਤੋਂ ਬਾਅਦ ਜਿਹੜੇ ਵੀ ਆਪਾਂ ਤੁਹਾਨੂੰ ਨੋਟਸ PDF ਵਾਲੇ ਸੈਕਸ਼ਨ ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ, ਉੱਥੋਂ ਵੀ ਤੁਸੀਂ ਜਾ ਕੇ ਬਾਅਦ ਦੇ ਵਿੱਚ ਨੋਟ ਕਰ ਸਕਦੇ ਹੋ। ਪਰ ਨਾਲ ਦੀ ਨਾਲ ਨੋਟ ਕਰਨ ਦਾ ਮਤਲਬ ਕਿ ਇਸ ਦੇ ਵਿੱਚ ਮਹੱਤਵ ਇਹ ਹੈਗਾ ਕਿ ਤੁਸੀਂ ਜੋ ਆਪਾਂ ਗੱਲ ਦੱਸ ਰਹੇ ਹਾਂ ਤੁਹਾਨੂੰ, ਠੀਕ ਹੈ, ਉਹ ਵੀ ਤੁਸੀਂ ਇਸ ਦੇ ਵਿੱਚ ਨਾਲ ਨੋਟ ਕਰ ਸਕਦੇ ਹੋ ਐਜ਼ ਇਟ ਇਜ਼। ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਬਾਰ ਦੀ ਜਿਹੜੀ ਤਰਤੀਬ ਹੈ ਉਸ ਦੀ ਗੱਲ ਕਰਦੇ ਹਾਂ। ਜਿਹੜੀ ਵੀ ਬਾਰ ਹੈਗੀ ਜਿਹੜੀ ਰਚੀ ਜਾਂਦੀ ਹੈ ਉਹ ਕਿਸ ਤਰਤੀਬ ਦੇ ਵਿੱਚ ਰਚੀ ਜਾਂਦੀ ਹੈ। ਇੱਕ ਸੀਕੁਐਂਸ ਹੁੰਦੀ ਹੈ ਉਸ ਨੂੰ ਲਿਖਣ ਦੀ। ਜਿੱਦਾਂ ਆਪਾਂ ਕਹਿੰਦੇ ਹਾਂ ਕਿ ਕੋਈ ਵੀ ਆਪਾਂ ਕਹਾਣੀ ਪੜ੍ਹਦੇ ਹਾਂ, ਠੀਕ ਹੈ, ਫਿਲਮ ਤੁਸੀਂ ਦੇਖਿਆ ਹੋਵੇਗਾ, ਜਿਹੜੀਆਂ ਫਿਲਮਾਂ ਹੁੰਦੀਆਂ ਸੀਗੀਆਂ ਕਿ ਉਹ ਫਿਲਮ ਸਟਾਰਟ ਹੁੰਦੀ ਹੈ, ਸਟਾਰਟਿੰਗ ਦੇ ਵਿੱਚ ਉਹਦੇ ਵਿੱਚ ਮੰਨ ਲਓ ਕੋਈ ਬੰਦਾ ਹੈ ਫਾਂਸੀ ਲੈਣ ਲੱਗ ਰਿਹਾ, ਸਟਾਰਟਿੰਗ ਦੇ ਵਿੱਚ ਹੀ ਦਿਖਾਤਾ ਕੋਈ ਬੰਦਾ ਫਾਂਸੀ ਲੈ ਰਿਹਾ। ਤੇ ਉਸ ਤੋਂ ਬਾਅਦ ਕੀ ਹੋਇਆ, ਫਾਂਸੀ ਲੈਣ ਦਾ ਮਤਲਬ ਕਿ ਉਹਨੂੰ ਉੱਥੇ ਰੋਕ ਦਿੰਦੇ ਨੇ, ਉਹ ਫਾਂਸੀ ਲੈਂਦਾ ਜਾਂ ਫਾਂਸੀ ਲੈਣ ਤੋਂ ਬਾਅਦ ਬਲੈਕ ਸਕਰੀਨ ਹੋ ਕੇ ਸਟਾਰਟਿੰਗ ਤੋਂ ਫਿਲਮ ਚੱਲ ਪੈਂਦੀ ਹੈ। ਤੇ ਉਸ ਤੋਂ ਬਾਅਦ ਫਿਰ ਚੱਲਦੇ ਕਰਦੇ ਐਂਡ ਦੇ ਵਿੱਚ ਜਮਾ ਉਹਦਾ ਕਾਰਨ ਦਿਖਾ ਦਿੰਦੇ ਨੇ ਕਿ ਉਹ ਬੰਦਾ ਫਾਂਸੀ ਕਿਉਂ ਲੈ ਰਿਹਾ ਸੀ। ਉਹ ਐਂਡ ਨੂੰ ਫਿਰ ਆ ਕੇ ਸਟਾਰਟਿੰਗ ਨੂੰ ਉਹਦੀ ਨੂੰ ਐਂਡ ਦੇ ਨਾਲ ਜੋੜ ਦਿੰਦੇ ਨੇ। ਇੱਦਾਂ ਦੇਖੋ ਉਹਨਾਂ ਨੇ ਕੀ ਕੀਤਾ, ਇੱਕ ਉਹਨਾਂ ਨੇ ਆਪਣਾ ਦਿਮਾਗ ਵਰਤਿਆ ਕਿ ਪਹਿਲਾਂ ਆਪਾਂ ਜਿਹੜਾ ਹਾਈਪਰ ਸੀਨ ਹੈ ਇਹਦੇ ਵਿੱਚ ਉਹ ਦਿਖਾਈਏ ਕਿ ਬੰਦਾ ਇਹਦੇ ਟੱਚ 'ਚ ਰਵੇ ਵੀ ਯਾਰ ਸਟਾਰਟਿੰਗ ਦੇ ਵਿੱਚ ਜਿਹੜੀ ਘਟਨਾ ਹੋਈ ਸੀ ਵੀ ਉਹ ਕਿਉਂ ਦਿਖਾਈ ਗਈ, ਕਿਉਂ ਇਹਦੇ ਵਿੱਚ ਕਿਉਂ ਘਟਨਾ ਵਾਪਰੀ ਇਹ, ਠੀਕ ਹੈ, ਕੀ ਹੋਇਆ ਵੀ ਉਹਨੂੰ ਫਾਂਸੀ ਲੈਣੀ ਪੈ ਗਈ ਜਾਂ ਕੋਈ ਵੀ। ਇੱਦਾਂ ਚੱਲਦੇ ਕਰਦੇ ਉਹ ਸਾਰਾ ਕੁਝ ਉਸ ਨੂੰ ਬਣਾਉਣ ਦੇ ਲਈ ਇੱਦਾਂ ਕੀਤਾ ਗਿਆ। ਹੁਣ ਇਹ ਇੱਕ ਤਰਤੀਬ ਹੁੰਦੀ ਹੈ, ਉਹ ਵੀ ਆਪਾਂ ਅੱਗੇ ਪੜ੍ਹਾਂਗੇ ਜਦੋਂ, ਠੀਕ ਹੈ, ਇਸ ਦੇ ਵਿੱਚ ਆਪਾਂ ਨਾਵਲ ਵਗੈਰਾ ਜਦੋਂ ਪੜ੍ਹਾਂਗੇ ਉੱਥੇ ਉਹ ਸਾਰਾ ਕੁਝ ਆਪਾਂ ਕਰਨ ਵਾਲੇ ਹਾਂ। ਪਰ ਇੱਥੇ ਜਿਹੜੀ ਆਪਾਂ ਬਾਰ ਦੀ ਗੱਲ ਕਰਦੇ ਪਏ ਹਾਂ, ਬਾਰ ਦੇ ਵਿੱਚ ਕੀ ਹੁੰਦਾ, ਬਾਰ ਦੀ ਇੱਕ ਖਾਸ ਤਰਤੀਬ ਹੁੰਦੀ ਹੈ, ਤਰਤੀਬ ਦੇ ਵਿੱਚ ਲਿਖੀ ਜਾਂਦੀ ਹੈ। ਹੁਣ ਤੁਸੀਂ ਕੋਈ ਵੀ ਸਿੰਗਰ ਹੋਏਗਾ, ਸਿੰਗਰ ਦਾ ਜਦੋਂ ਤੁਸੀਂ ਸ਼ੋਅ ਦੇਖਣ ਚਲੇ ਜਾਂਦੇ ਹੋ ਤਾਂ ਪਹਿਲਾ ਗਾਣਾ ਕੀ ਹੁੰਦਾ, ਧਾਰਮਿਕ ਗਾਣਾ ਉੱਥੇ ਗਾਇਆ ਜਾਂਦਾ। ਕੋਈ ਵੀ ਸਟੇਜ ਦੇ ਉੱਤੇ ਤੁਸੀਂ ਦੇਖਿਆ ਹੋਏਗਾ ਪਹਿਲਾ ਗਾਣਾ ਧਾਰਮਿਕ, ਉਸ ਤੋਂ ਬਾਅਦ ਫਿਰ ਆਪਾਂ ਜੋ ਵੀ ਮਤਲਬ ਕਿ ਗਾਣੇ ਦਾ ਜਿਸ ਤਰ੍ਹਾਂ ਵੀ ਸਟਾਈਲ ਹੈਗਾ ਸਿੰਗਰ ਦਾ, ਉਹ ਆਪਣੇ ਮੂਡ ਦੇ ਹਿਸਾਬ ਦੇ ਨਾਲ ਫਿਰ ਉਸ ਤੋਂ ਬਾਅਦ ਗਾਣਾ ਚੱਲਦਾ ਹੈ। ਤਾਂ ਇੱਦਾਂ ਹੀ ਕੀ ਹੈ ਬਾਰ ਦੇ ਵਿੱਚ, ਜਦੋਂ ਵੀ ਕੋਈ ਬਾਰ ਲਿਖੀ ਜਾਂਦੀ ਹੈ ਸਟਾਰਟਿੰਗ ਦੇ ਵਿੱਚ ਉਸ ਦਾ ਜਿਹੜਾ ਪਾਰਟ ਹੁੰਦਾ ਪਹਿਲਾ ਪਾਰਟ, ਉਸ ਨੂੰ ਮੰਗਲਾਚਰਨ ਕਿਹਾ ਜਾਂਦਾ ਹੈ। ਠੀਕ ਹੈ, ਮੰਗਲਾਚਰਨ ਕਿਹਾ ਜਾਂਦਾ ਹੈ ਜਿਹੜਾ ਉਸ ਦਾ ਪਹਿਲਾ ਭਾਗ ਹੋਏਗਾ। ਤਾਂ ਇਹਦੇ ਵਿੱਚ ਜਿਹੜਾ ਮੰਗਲਾਚਰਨ ਹੁੰਦਾ ਇਹਦੇ ਵਿੱਚ ਹੁੰਦਾ ਕੀ ਹੈਗਾ ਇਹ ਵੀ ਆਪਾਂ ਜਾਣ ਲੈਂਦੇ ਹਾਂ। ਇਹਦੇ ਵਿੱਚ ਪਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ ਇਸੇ ਤਰ੍ਹਾਂ। ਠੀਕ ਹੈ, ਮੰਗਲਾਚਰਨ ਨਾਮ ਵੀ ਇੱਦਾਂ ਦੀ ਹੈ, ਤੁਸੀਂ ਸਮਝ ਹੀ ਰਹੇ ਹੋਵੋਗੇ। ਪਰਮਾਤਮਾ ਦੀ ਇਸ ਦੇ ਵਿੱਚ ਉਸਤਤ ਕੀਤੀ ਜਾਂਦੀ ਹੈ। ਜਿਵੇਂ ਕਿ ਚਲੋ ਇੱਕ ਤੁਹਾਨੂੰ ਰਿਲੇਟ ਕਰਕੇ ਦੱਸ ਦਿੰਦੇ ਹਾਂ, ਚੰਡੀ ਦੀ ਵਾਰ ਤੁਸੀਂ ਸੁਣਿਆ ਹੋਏਗਾ, ਠੀਕ ਹੈ, ਪੜ੍ਹਿਆ ਹੋਏਗਾ। ਤਾਂ ਇਹਦੇ ਵਿੱਚ ਕੀ ਹੈਗਾ, ਪਹਿਲੇ 9 ਗੁਰੂ ਸਾਹਿਬਾਨਾਂ ਦੀ ਉਸਤਤ ਕੀਤੀ ਗਈ ਸਟਾਰਟਿੰਗ ਦੇ ਵਿੱਚ ਜਦੋਂ ਚੰਡੀ ਦੀ ਵਾਰ ਸ਼ੁਰੂ ਹੁੰਦੀ ਹੈ। ਤਾਂ ਇਹਦੇ ਵਿੱਚ 9 ਗੁਰੂ ਸਾਹਿਬਾਨ, ਕਿਉਂਕਿ 10ਵੇਂ ਗੁਰੂ ਸਾਹਿਬਾਨ ਨੇ ਲਿਖੀ, ਪਹਿਲੇ 9 ਗੁਰੂ ਸਾਹਿਬਾਨਾਂ ਦੀ ਉਹਨਾਂ ਨੇ ਇਸ ਦੇ ਵਿੱਚ ਉਸਤਤ ਲਿਖ ਦਿੱਤੀ। ਠੀਕ ਹੈ, ਤੇ ਹੁਣ ਦੇਖੋ ਪਹਿਲੇ ਜਿੱਦਾਂ ਕਿ ਆਪਾਂ ਪੜ੍ਹਦੇ ਆਂਗੇ ਇਸ ਦੇ ਵਿੱਚ ਪ੍ਰਿਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੋਤਿ ਅਮਰਦਾਸ। ਠੀਕ ਹੈ, ਇਹ ਆਪਾਂ ਜਿਹੜਾ ਪੜ੍ਹਦੇ ਹਾਂ ਇਹ ਸਾਰੇ ਗੁਰੂ ਸਾਹਿਬਾਨਾਂ ਦੇ ਨਾਮ ਆ ਜਾਂਦੇ ਨੇ। ਠੀਕ ਹੈ, ਤੇਗ ਬਹਾਦਰ, ਸਾਰੇ ਗੁਰੂ ਸਾਹਿਬਾਨਾਂ ਦੇ ਨਾਮ ਉੱਪਰ ਪਹਿਲੇ ਪਾਰਟ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਉਹ ਕੀ ਹੈਗਾ, ਉਹ ਮੰਗਲਾਚਰਨ ਹੈਗਾ, ਯਾਨੀ ਕਿ ਪਹਿਲਾ ਪਾਰਟ ਹੈਗਾ ਚੰਡੀ ਦੀ ਵਾਰ ਜਿੱਥੋਂ ਸਟਾਰਟ ਹੁੰਦੀ ਹੈਗੀ। ਠੀਕ ਹੈ, ਉਹ ਮੰਗਲਾਚਰਨ ਹੋ ਗਿਆ। ਤੇ ਇਹਦੇ ਵਿੱਚ ਇੱਦਾਂ ਹੀ ਉਸਤਤ ਕੀਤੀ ਜਾਂਦੀ ਹੈ। ਜਿਸ ਨੇ ਵੀ ਬੰਦੇ ਨੇ ਲਿਖਿਆ ਉਹਨੇ ਆਪਣੇ ਈਸਟ ਨੂੰ ਧਿਆਇਆ। ਈਸਟ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਉਹ ਮੰਨਦੇ ਨੇ, ਜਿਨ੍ਹਾਂ ਨੂੰ ਫੋਲੋ ਕਰਦੇ ਨੇ, ਉਹਨਾਂ ਨੇ ਉਹਨਾਂ ਦੀ ਉਸਤਤ ਲਿਖੀ ਹੁੰਦੀ ਹੈ ਪਹਿਲੇ ਭਾਗ ਦੇ ਵਿੱਚ। ਠੀਕ ਹੈ, ਹੁਣ ਆਪਾਂ 12 ਦੀ ਗੱਲ ਕਰਦੇ ਹਾਂ। ਬਾਰ
ਹਿੰਦੂ ਰਾਈਟਰ ਤੇ ਜਾਂ ਫਿਰ ਸਿੱਖ ਰਾਈਟਰਾਂ ਦੇ ਦੁਆਰਾ ਲਿਖੀਆਂ ਗਈਆਂ ਨੇ, ਤਾਂ ਉਹ ਆਪਣੇ ਈਸਟ ਨੂੰ ਧਿਆਉਂਦੇ ਨੇ ਪਹਿਲੇ ਪਾਰਟ ਦੇ ਵਿੱਚ। ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਪਾਰਟ ਆਉਂਦਾ ਹੈਗਾ, ਪਹਿਲਾ ਮੰਗਲਾਚਰਨ ਤੁਸੀਂ ਈਜ਼ੀਲੀ ਸਮਝ ਗਏ ਹੋਵੋਗੇ, ਇਹਦੇ ਵਿੱਚ ਕੋਈ ਵੀ ਦਿੱਕਤ ਤੁਹਾਨੂੰ ਨਹੀਂ ਰਹੀ ਹੋਏਗੀ। ਬਾਕੀ ਜਦੋਂ ਆਪਾਂ ਚੰਡੀ ਦੀ ਵਾਰ ਪੜਾਂਗੇ, ਅੱਗੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹਨਾ ਹੈਗਾ, ਇੱਕ ਇੱਕ ਕਰਕੇ ਫਿਰ ਸਾਰੇ ਰਾਈਟਰ ਪੜਾਂਗੇ ਆਪਾਂ ਜਿਹੜੇ ਵੀਰਤਾ ਦੇ ਵਿੱਚ ਆਉਂਦੇ ਨੇ, ਵੀਰ ਰਸ ਦੇ ਵਿੱਚ, ਤਾਂ ਉਹਨਾਂ ਨੂੰ ਸਾਰਿਆਂ ਨੂੰ ਪੜਾਂਗੇ। ਅੱਗੇ ਚੰਡੀ ਦੀ ਵਾਰ ਵੀ ਆਪਾਂ ਸਾਰਾ ਕੁਝ ਡੀਪਲੀ ਪੜਾਂਗੇ। ਹੁਣ ਦੇਖੋ ਇੱਥੇ ਆਪਾਂ ਤੁਹਾਨੂੰ ਹਵਾਲਾ ਦਿੱਤਾ ਇੱਕ ਪ੍ਰਿਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਹੁਣ ਦੇਖੋ ਜਿਹੜਾ ਇਹਦੇ ਵਿੱਚ ਅਗਲਾ ਪਾਰਟ ਕੀ ਆਉਂਦਾ ਹੈਗਾ, ਸ਼ੰਕਾ ਪੱਖ। ਪਹਿਲਾ ਹੋ ਗਿਆ ਮੰਗਲਾਚਰਨ, ਉਸ ਤੋਂ ਬਾਅਦ ਸ਼ੰਕਾ ਪੱਖ ਆ ਜਾਂਦਾ ਹੈ। ਸ਼ੰਕਾ ਪੱਖ ਕੀ ਹੁੰਦਾ ਹੈਗਾ ਕਿ ਜੋ ਵੀ ਉੱਥੇ ਘਟਨਾ ਹੁੰਦੀ ਹੈ ਉਸ ਦਾ ਕਾਰਨ ਪੇਸ਼ ਕੀਤਾ ਜਾਂਦਾ ਹੈ। ਪਹਿਲਾਂ ਦੇਖੋ ਪਹਿਲੇ ਪਾਰਟ ਦੇ ਵਿੱਚ ਮੰਗਲਾਚਰਨ ਹੈ, ਉਹਦੇ ਵਿੱਚ ਪਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ, ਤੇ ਦੂਜਾ ਜਿਹੜਾ ਪਾਰਟ ਹੈਗਾ ਜਿਹੜਾ ਵਾਰ ਦਾ, ਠੀਕ ਹੈ, ਦੂਜਾ ਭਾਗ ਜਾਂ ਦੂਜਾ ਪੱਖ ਹੈਗਾ ਜਿਹੜਾ, ਉਹ ਸ਼ੰਕਾ ਪੱਖ ਹੁੰਦਾ ਹੈਗਾ। ਉਹਦੇ ਵਿੱਚ ਘਟਨਾ ਦਾ ਕਾਰਨ ਬਿਆਨ ਕੀਤਾ ਜਾਂਦਾ ਹੈ। ਕੋਈ ਵੀ ਦੇਖੋ ਜਿੱਦਾਂ ਵੀ ਵਾਰ ਹੈਗੀ ਜਿਹੜੀ, ਕੋਈ ਵੀ ਮੰਨ ਲਓ ਤੁਸੀਂ ਸਭ ਤੋਂ ਪਹਿਲਾਂ ਹੀ ਦੇਖਿਆ ਹੋਵੇਗਾ ਕਿ ਕਿਸੇ ਵੀ ਬੰਦੇ ਦੀ ਲੜਾਈ ਹੁੰਦੀ ਹੈ, ਉਸ ਦਾ ਕੋਈ ਨਾ ਕੋਈ ਤਾਂ ਕਾਰਨ ਰਿਹਾ ਹੀ ਹੋਵੇਗਾ। ਤਾਂ ਇੱਦਾਂ ਹੀ ਜਿਹੜੀ ਵਾਰ ਹੁੰਦੀ ਹੈ, ਜਿੱਦਾਂ ਚੰਡੀ ਦੀ ਵਾਰ ਦੇ ਵਿੱਚ, ਠੀਕ ਹੈ, ਦੇਵਤਿਆਂ ਨੂੰ ਉੱਥੋਂ ਇੱਦਾਂ ਦੇਵਤਿਆਂ ਦੇ ਨਾਲ ਕੁਛ ਥੋੜ੍ਹਾ ਬਹੁਤਾ ਇੱਦਾਂ ਉਤਰਾ ਚੜਾਅ ਹੁੰਦਾ ਹੈ, ਤਾਂ ਉਸ ਤੋਂ ਬਾਅਦ ਫਿਰ ਆਪਾਂ ਕਹਿੰਦੇ ਹਾਂ ਕਿ ਉੱਥੇ ਅੱਗੇ ਜਿਹੜੀ ਉਸ ਦਾ ਕਾਰਨ ਬਣਦਾ ਹੈਗਾ ਇਹ ਸਾਰਾ ਕੁਛ। ਇਸੇ ਤਰ੍ਹਾਂ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਸ਼ੰਕਾ ਪੱਖ ਦੇ ਵਿੱਚ ਕੋਈ ਵੀ, ਠੀਕ ਹੈ, ਕਾਰਨ ਹੈਗਾ ਜਿਹੜਾ ਉਸ ਵਾਰ ਦਾ, ਉਸ ਘਟਨਾ ਦਾ ਜਿਹੜਾ ਕਾਰਨ ਬਣਦਾ ਹੈਗਾ, ਜਿਹਦੇ ਉੱਤੇ ਵਾਰ ਲਿਖੀ ਜਾਂਦੀ ਹੈ, ਉਸ ਦਾ ਕਾਰਨ ਹੈਗਾ ਜਿਹੜਾ ਇਸ ਦੇ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ, ਠੀਕ ਹੈ, ਬਿਆਨ ਕੀਤਾ ਜਾਂਦਾ ਹੈਗਾ ਜਾਂ ਪੇਸ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਫਿਰ ਅੱਗੇ ਕੀ ਪਾਰਟ ਆ ਜਾਂਦਾ ਹੈਗਾ, ਸੰਘਰਸ਼ ਦਾ ਪੱਖ। ਸੰਘਰਸ਼ ਪੱਖ ਕੀ ਹੁੰਦਾ, ਜਿਹੜੀ ਉਹਦੇ ਵਿੱਚ ਸਾਰੀ ਘਟਨਾ ਵਾਪਰਦੀ ਹੈਗੀ, ਉਹ ਸਾਰਾ ਕੁਝ ਫਿਰ ਇਸ ਪਾਰਟ ਦੇ ਵਿੱਚ ਆਉਂਦਾ ਹੈ। ਮਿਡਲ ਪਾਰਟ ਆਪਾਂ ਇਸ ਨੂੰ ਕਹਿ ਸਕਦੇ ਹਾਂ। ਦੋ ਪਾਰਟ ਇਸ ਤੋਂ ਉੱਪਰ ਰਹਿ ਜਾਂਦੇ ਆ ਤੇ ਦੋ ਪਾਰਟ ਫਿਰ ਇਸ ਤੋਂ ਹੇਠਾਂ, ਤੇ ਇਹ ਕੀ ਹੋ ਗਿਆ, ਵਿਚਕਾਰ ਦਾ ਪਾਰਟ ਹੋ ਗਿਆ, ਠੀਕ ਹੈ। ਬਾਕੀ ਦੇਖੋ ਇਹਦੇ ਵਿੱਚ ਸਮਝਦੇ ਹਾਂ ਆਪਾਂ ਸੰਘਰਸ਼ ਪੱਖ, ਯਾਨੀ ਕਿ ਇੱਕ ਟੱਕਰ ਹੋ ਜਾਂਦੀ ਹੈ ਦੋਨੋਂ ਧਿਰਾਂ ਦੀ, ਟੱਕਰ ਜਾਂ ਲੜਾਈ ਦਾ ਮਾਹੌਲ ਹੈਗਾ ਜਿਹੜਾ, ਉਹ ਆਪਾਂ ਨੂੰ ਇਸ ਪਾਰਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਤੇ ਇਹਦੇ ਵਿੱਚ ਇੱਕ ਹੋਰ ਚੀਜ਼, ਇਹ ਜਿਹੜਾ ਇਹ ਪੱਖ ਹੈਗਾ, ਇਹਦੇ ਵਿੱਚੋਂ ਕੁਐਸਚਨ ਵੀ ਬਣ ਸਕਦਾ ਹੈ ਕਿ ਜਿਹੜਾ ਦੇਖੋ ਟੱਕਰ ਹੈਗਾ, ਠੀਕ ਹੈ, ਇਹ ਵਾਰ ਦਾ ਸਿਖਰ ਹੁੰਦਾ ਹੈ ਜਾਂ ਕੇਂਦਰੀ ਤੱਤ ਹੁੰਦਾ ਇਸ ਦਾ। ਜਿਵੇਂ ਆਪਾਂ ਸੈਂਟਰਲ ਆਈਡੀਆ ਪੜ੍ਹਦੇ ਹੁੰਦੇ ਸੀ, ਉਹ ਕੀ ਹੁੰਦਾ, ਇੱਕ ਤੱਤ ਹੋ ਗਿਆ, ਉਸ ਦਾ ਨਿਚੋੜ ਹੋ ਗਿਆ ਕੋਈ ਵੀ, ਠੀਕ ਹੈ, ਕਹਿ ਸਕਦੇ ਹਾਂ ਇਹ, ਜਾਂ ਇਸ ਦੀ ਆਪਾਂ ਆਤਮਾ ਕਹਿ ਸਕਦੇ ਹਾਂ, ਠੀਕ ਹੈ, ਇਸ ਦੀ ਆਤਮਾ ਵੀ ਮੰਨਦੇ ਹਾਂ ਆਪਾਂ। ਕਿਉਂਕਿ ਇਹ ਮੇਨ ਸਾਰਾ ਚੀਜ਼ ਜਿਹੜੀ ਟੱਕਰ ਹੋਈ ਹੈ, ਘਟਨਾ ਹੋਈ ਹੈ, ਉਹ ਸਾਰਾ ਕੁਝ ਇਸ ਦੇ ਵਿੱਚ ਹੀ ਆ ਜਾਂਦਾ ਹੈਗਾ। ਹੁਣ ਦੇਖੋ ਕਾਰਨ ਦੱਸਤਾ, ਦੇਖੋ ਸਭ ਤੋਂ ਪਹਿਲਾਂ, ਠੀਕ ਹੈ, ਪਰਮਾਤਮਾ ਨੂੰ ਧਿਆਇਆ ਪਹਿਲੀ ਵਾਰ, ਪਰਮਾਤਮਾ ਨੂੰ ਧਿਆਨ ਤੋਂ ਬਾਅਦ ਜਦੋਂ ਉਸ ਦੇ ਵਿੱਚ ਘਟਨਾ ਦੱਸਤੀ, ਠੀਕ ਹੈ, ਘਟਨਾ ਦੱਸਤੀ, ਤਾਂ ਉਹਦੇ ਵਿੱਚ ਬੰਦੇ ਦੇ ਵਿੱਚ ਵੀਰਤਾ ਭਰੇਗੀ ਕਿ ਯਾਰ ਜਦੋਂ ਇੱਦਾਂ ਕੀਤਾ ਜਾ ਰਿਹਾ ਸੀ, ਜੇ ਮੈਂ ਹੁੰਦਾ ਤਾਂ ਉੱਥੇ ਮੈਂ ਇੱਦਾਂ ਕਰ ਦਿੰਦਾ, ਠੀਕ ਹੈ। ਉਹ ਉੱਥੋਂ ਹੀ ਬੰਦੇ ਦੇ ਵਿੱਚ ਇੱਕ ਤਰ੍ਹਾਂ ਭਰਿਆ ਗਿਆ, ਜੋਸ਼ ਭਰਿਆ ਗਿਆ। ਤਾਂ ਉਸ ਤੋਂ ਬਾਅਦ ਫਿਰ ਜਦੋਂ ਟੱਕਰ ਦਾ ਨਜ਼ਰੀਆ ਆਉਂਦਾ, ਟੱਕਰ ਦਾ ਬਿਆਨ ਹੁੰਦਾ, ਤਾਂ ਉਸ ਤੋਂ ਬਾਅਦ ਫਿਰ ਹੋਰ ਜ਼ਿਆਦਾ ਉਸ ਦੇ ਵਿੱਚ ਵੀਰਤਾ, ਇੱਦਾਂ ਇਹ ਚੀਜ਼ ਇਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਤਾਂ ਇਹ ਟੱਕਰ ਇਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਤੇ ਜਿਹੜਾ ਇਹ ਟੱਕਰ ਵਾਲਾ ਪਾਰਟ ਹੈਗਾ, ਇਸ ਨੂੰ ਕੇਂਦਰੀ ਤੱਤ ਮੰਨਿਆ ਜਾਂਦਾ ਤੇ ਆਤਮਾ ਵੀ ਆਪਾਂ ਕਹਿ ਸਕਦੇ ਹਾਂ, ਤੇ ਜਾਂ ਫਿਰ ਸਿਖਰ। ਤੁਹਾਨੂੰ ਇਹ ਤਿੰਨੇ ਚਾਰ ਜਿਹੜੇ ਆਪਾਂ ਨੇ ਵਰਡ ਦੱਸੇ ਨੇਗੇ, ਇਹ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਵਾਰ ਦਾ ਸਿਖਰ ਕਿਸ ਨੂੰ ਮੰਨਿਆ ਜਾਂਦਾ ਹੈ, ਸੰਘਰਸ਼ ਪੱਖ ਨੂੰ, ਠੀਕ ਹੈ, ਟੱਕਰ ਨੂੰ ਮੰਨਿਆ ਜਾਂਦਾ, ਜਾਂ ਫਿਰ ਕੇਂਦਰੀ ਤੱਤ ਕਿਸ ਨੂੰ ਮੰਨਿਆ ਜਾਂਦਾ ਵਾਰ ਦਾ, ਉਹ ਵੀ ਸੰਘਰਸ਼ ਪੱਖ ਨੂੰ, ਜਾਂ ਆਤਮਾ ਕਿਸ ਨੂੰ ਮੰਨਿਆ ਜਾਂਦਾ ਸੰਘਰਸ਼ ਪੱਖ ਨੂੰ। ਇਹ ਚੀਜ਼ ਤੁਸੀਂ ਨੋਟ ਕਰ ਲਓ। ਉਸ ਤੋਂ ਬਾਅਦ ਫਿਰ ਅਗਲਾ ਪਾਰਟ ਜਿਹੜਾ ਆ ਜਾਂਦਾ ਹੈ, ਇਹਦੇ ਵਿੱਚ ਸਮਾਧਾਨ। ਸਮਾਧਾਨ ਯਾਨੀ ਕਿ ਆਪਾਂ ਹੱਲ ਜਾਂ ਸਿੱਟਾ ਆਪਾਂ ਕਹਿ ਦਿੰਦੇ ਹੁੰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਫਿਰ ਜਿੱਤ ਜਾਂ ਹਾਰ ਦਾ ਸਿੱਟਾ ਨਿਕਲਦਾ ਹੈਗਾ। ਇਸ ਦੇ ਵਿੱਚ ਜਿਹੜੀ ਵੀ ਚੀਜ਼ ਹੁੰਦੀ ਹੈਗੀ, ਜਦੋਂ ਦੇਖੋ ਟੱਕਰ ਹੋ ਗਈ, ਦੋ ਬੰਦਿਆਂ ਦੀ ਲੜਾਈ ਹੋ ਜਾਂਦੀ ਹੈ, ਤਾਂ ਉਸ ਦੇ ਵਿੱਚ ਜਿੱਤ ਹਾਰ ਹੋਣੀ ਨਿਸ਼ਚਿਤ ਹੁੰਦੀ ਹੈ, ਜਿੱਤ ਹਾਰ ਦਾ ਸਿੱਟਾ ਇਸ ਦੇ ਵਿੱਚ ਨਿਕਲਦਾ। ਉਸ ਤੋਂ ਬਾਅਦ ਫਿਰ ਅਗਲਾ ਪਾਰਟ ਆ ਜਾਂਦਾ ਮਹਾਤਮ, ਯਾਨੀ ਕਿ ਸਿੱਖਿਆ। ਉਸ ਦਾ ਸਿੱਖਿਆ ਕੀ ਮਿਲਦੀ ਹੈ ਉਸ ਤੋਂ, ਇਹ ਉਸ ਦਾ ਮਹਾਤਮ ਹੁੰਦਾ ਹੈ, ਠੀਕ ਹੈ। ਅੰਤ ਦੇ ਵਿੱਚ ਇਹ ਨਿਕਲਦਾ ਹੈਗਾ। ਅੰਤ ਦੇ ਵਿੱਚ ਅੰਤਲਾ ਪੜਾਅ ਆਪਾਂ ਇਸ ਦਾ ਕਹਿ ਸਕਦੇ ਹਾਂ ਕਿ ਇਹ ਹੁੰਦਾ ਹੈਗਾ ਮਹਾਤਮ। ਤੇ ਇੱਕ ਚੀਜ਼ ਤੁਹਾਨੂੰ ਆਪਾਂ ਹੋਰ ਦੱਸ ਦਿੰਦੇ ਹਾਂ ਕਿ ਹੁਣ ਤੱਕ ਪੰਜਾਬੀ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਵਾਰਾਂ ਲਿਖੀਆਂ ਗਈਆਂ ਨੇ, ਉਹ ਇੱਕ ਚੰਡੀ ਦੀ ਵਾਰ ਹੈਗੀ ਜਿਹੜੀ ਉਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਬਹੁਤ ਘੱਟ ਹੈਗਾ ਜਿਹੜਾ ਇਹ ਮਹਾਤਮ ਤੱਕ ਕੋਈ ਵੀ ਵਾਰ ਪਹੁੰਚੀ ਹੈਗੀ। ਜ਼ਿਆਦਾਤਰ ਆਪਾਂ ਨੂੰ ਵਾਰਾਂ ਨੇਗੀਆਂ ਜਿਹੜੀਆਂ ਅੱਧ ਪਚੱਧੀਆਂ ਹੀ ਦੇਖਣ ਨੂੰ ਮਿਲਦੀਆਂ ਨੇ। ਪੂਰਨ ਤੌਰ ਦੇ ਉੱਤੇ ਕੋਈ ਵੀ ਵਾਰ ਜਿਹੜੀ ਪੂਰੀ ਲਿਖੀ ਆਪਾਂ ਨੂੰ ਮਿਲਦੀ ਹੋਵੇ, ਉਹ ਬਹੁਤ ਘੱਟ, ਰੇਅਰ ਚਾਂਸ ਨੇਗੇ ਜਿਹੜੀ ਵਾਰ ਕੋਈ ਪੂਰਨ ਮਿਲਦੀ ਹੈ। ਕਿਉਂ, ਦੇਖੋ ਪਹਿਲੀ ਗੱਲ ਮੰਗਲਾਚਰਨ ਮਿਲ ਜਾਂਦੇ ਕਿਉਂਕਿ ਇੱਥੋਂ ਸਟਾਰਟ ਹੋ ਗਈ, ਠੀਕ ਹੈ। ਯਾਨੀ ਕਿ ਕੋਈ ਆਪਾਂ ਪੁਰਾਣੀ ਕੋਈ ਵੀ ਆਪਾਂ ਨੂੰ ਬੁੱਕ ਲੱਭਦੀ ਹੈ, ਠੀਕ ਹੈ, ਉਹਦੇ ਵਿੱਚ ਕੀ ਹੋਏਗਾ, ਉਸਦੇ ਕਈ ਵਾਰ ਪੇਜ ਹੀ ਆਪਾਂ ਨੂੰ ਪੂਰੇ ਨਹੀਂ ਮਿਲਦੇ, ਤਾਂ ਲਗਭਗ ਇੱਥੋਂ ਤੱਕ ਤਾਂ ਸਭ ਦੇ ਆਪਾਂ ਨੂੰ ਮਿਲ ਚੁੱਕਾ ਹੈ। ਜਿੱਦਾਂ ਬਹੁਤ ਘੱਟ ਮਹਾਤਮ ਤੱਕ ਦੇ ਜਿਹੜੇ ਪੱਖ ਨੇਗੇ ਆਪਾਂ ਨੂੰ ਉਸ ਦੇ ਵਿੱਚ ਦੇਖਣ ਨੂੰ ਮਿਲਦੇ ਆ, ਉਹ ਚੰਡੀ ਦੀ ਵਾਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮਹਾਤਮ ਵੀ ਆਪਾਂ ਨੂੰ ਮਿਲਦਾ ਹੈਗਾ। ਉਸ ਤੋਂ ਬਾਅਦ ਫਿਰ ਜਿਹੜੀਆਂ ਬਹੁਤੀਆਂ ਵਾਰਾਂ ਨੇਗੇ ਜਿਹੜੀਆਂ ਉਹ ਲਗਭਗ ਅਧੂਰੀਆਂ ਹੀ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇਗੀਆਂ, ਠੀਕ ਹੈ। ਤੇ ਨਾਦਰ ਸ਼ਾਹ ਦੀ ਵਾਰ ਹੈਗੀ ਜਿਹੜੀ ਉਹਦੇ ਵਿੱਚ ਮਹਾਤਮ ਨਹੀਂ ਦਿੱਤਾ ਹੋਇਆ।
ਤਾਂ ਇਹ ਚੀਜ਼ ਆਪਾਂ ਨਾਲ ਦੀ ਨਾਲ ਨੋਟ ਕਰਦੇ ਰਹਿਣਾਗਾ। ਉਸ ਤੋਂ ਬਾਅਦ ਫਿਰ ਅੱਗੇ ਆਪਾਂ ਅੱਗੇ ਪੜ੍ਹਦੇ ਹਾਂ ਜਿਹੜੀ ਵਾਰ ਦੀ ਵਿਸ਼ੇਸ਼ਤਾ ਕੀ ਹੈ। ਹੁਣ ਦੇਖੋ ਵਾਰ ਲਿਖੀ ਜਾਂਦੀ ਹੈ, ਪੜ੍ਹੀ ਜਾਂਦੀ ਹੈ, ਸੁਣੀ ਜਾਂਦੀ ਹੈ, ਇਹਦੇ ਵਿੱਚ ਵਿਸ਼ੇਸ਼ਤਾ ਕੀ ਹੈ ਇਸ ਵਾਰ ਦੇ ਵਿੱਚ। ਇਹ ਵਾਰਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਇੱਕ ਕਾਵਿਕ ਨਿਆਂ ਕੀਤਾ ਹੁੰਦਾ, ਨਿਆਂ ਕੀਤਾ ਜਾਂਦਾ ਹੈਗਾ। ਕਿਵੇਂ ਦੇਖੋ, ਹੁਣ ਜਿਹੜਾ ਨਾਇਕ ਹੁੰਦਾ ਇਸ ਦੇ ਵਿੱਚ, ਠੀਕ ਹੈ, ਕੋਈ ਵੀ ਨਾਇਕ ਯਾਨੀ ਕਿ ਜਿੱਦਾਂ ਦੇਵੀ ਦੇ ਦੁਆਰਾ ਪ੍ਰਹਾਰ ਕੀਤਾ ਜਾਂਦਾ ਹੈ ਉਹਨਾਂ ਦੇ ਦੈਂਤਾਂ ਦੇ ਉੱਤੇ, ਠੀਕ ਹੈ। ਹੁਣ ਜਿਹੜੇ ਦੈਂਤ ਸੀਗੇ ਇਹਦੇ ਵਿੱਚ, ਜਿਹੜੇ ਜਿਨ੍ਹਾਂ ਦੇ ਨਾਲ ਵੀ ਲੜਾਈ ਹੁੰਦੀ ਹੈ ਉਹਨਾਂ ਦਾ ਵੀ ਪੱਖ ਭਾਰੂ ਦਿਖਾਇਆ ਜਾਂਦਾ ਹੈ। ਇਹਦੇ ਵਿੱਚ ਇੱਦਾਂ ਹੁੰਦਾ ਜਿਹੜਾ ਖਲਨਾਇਕ ਹੁੰਦਾ ਹੈਗਾ ਉਸ ਨੂੰ ਵੀ ਪੂਰਾ ਤਾਕਤਵਰ ਦਿਖਾਇਆ ਜਾਂਦਾ ਹੈ। ਜਿੱਦਾਂ ਕਹਿੰਦੇ ਹੁੰਦੇ ਆ ਨਾ, ਇੱਕ ਰਾਈਟਰ ਨੇ ਕਿਹਾ ਸ਼ਾਇਦ ਨਰਿੰਦਰ ਸਿੰਘ ਕਪੂਰ, ਸ਼ਾਇਦ ਪਤਾ ਨਹੀਂ ਕੋਈ, ਚਲੋ ਜਿੱਦਾਂ ਵੀ ਰਸੂਲ ਹਮਜ਼ਾ ਤੋਪ ਨੇ ਸ਼ਾਇਦ, ਠੀਕ ਹੈ। ਜਿੱਦਾਂ ਕਿ ਕੀ ਹੁੰਦਾ ਹੈ ਕਿ ਕਿਸੇ ਵੀ ਨਾਇਕ ਨੂੰ ਜੇਕਰ ਤੁਸੀਂ ਤਾਕਤਵਰ ਦਿਖਾਉਣਾ ਹੈ ਤਾਂ ਉਸ ਦੇ ਵਿੱਚ ਜਿਹੜਾ ਫਿਲਮ ਦੇ ਵਿੱਚ ਗੁੰਡਾ ਬਣਿਆ ਹੋਏਗਾ ਜਾਂ ਫਿਲਮ ਦੇ ਵਿੱਚ ਜਿਹੜਾ ਵੀ ਐਂਟੀ ਧੜਾ ਹੋਏਗਾ ਉਸ ਨੂੰ ਤਕੜਾ ਦਿਖਾ ਦਿਓ, ਨਾਇਕ ਆਪਣੇ ਆਪ ਹੀ ਤਕੜਾ ਲੱਗਣ ਲੱਗ ਜਾਏਗਾ ਤੁਹਾਨੂੰ। ਇਹ ਇਦਾਂ ਹੀ ਹੁੰਦਾ ਹੈ ਵਾਰ ਦੇ ਵਿੱਚ। ਵਾਰ ਦੇ ਵਿੱਚ ਜਿਹੜਾ ਵਿਰੋਧੀ ਬੰਦਾ ਹੁੰਦਾ ਨਾ ਉਸ ਨੂੰ ਤਾਕਤਵਰ ਦਿਖਾ ਦਿੱਤਾ ਜਾਂਦਾ ਹੈ ਤੇ ਨਾਇਕ ਹੈਗਾ ਜਿਹੜਾ ਉਹ ਤਾਕਤਵਰ ਬੰਦੇ ਨਾਲ ਵੀ ਟੱਕਰ ਲੈ ਜਾਂਦਾ, ਉਹਦੇ ਨਾਲ ਵੀ ਭਿੜ ਜਾਂਦਾ ਤਾਂ ਨਾਇਕ ਕਿੰਨਾ ਤਕੜਾ ਹੋਏਗਾ। ਇਹ ਇਦਾਂ ਵਾਰ ਦੇ ਵਿੱਚ ਕੀਤਾ ਜਾਂਦਾ ਹੈਗਾ। ਫਿਲਮਾਂ ਦੇ ਵਿੱਚ ਵੀ ਹੁੰਦਾ ਹੈ ਕਿ ਜੋ ਵੀ ਫਿਲਮ ਦੇ ਵਿੱਚ, ਠੀਕ ਹੈ, ਵਿਲਨ ਬਣਾਏ ਹੁੰਦੇ ਆ ਉਹਨਾਂ ਨੂੰ ਪੂਰਾ ਤਕੜਾ ਇਦਾਂ ਬਣਾਇਆ ਜਾਂਦਾ ਹੈਗਾ ਤੇ ਫਿਰ ਜਿਹੜਾ ਆਪਣਾ ਫਿਲਮ ਦਾ ਨਾਇਕ ਹੁੰਦਾ ਉਹਨੂੰ ਸਿੰਪਲ ਬਣਾ ਕੇ ਉਸ ਤੋਂ ਬਾਅਦ ਫਿਰ ਉਹਦੇ ਉੱਤੇ ਉਹਨੂੰ ਜਿੱਤ ਪ੍ਰਾਪਤ ਕਰਵਾ ਦਿੰਦੇ ਆ। ਇਦਾਂ ਹੀ ਵਾਰ ਦੇ ਵਿੱਚ ਹੁੰਦਾ ਹੈ, ਠੀਕ ਹੈ। ਬਹੁਤੀਆਂ ਥਾਵਾਂ ਦੇ ਉੱਤੇ ਤੁਹਾਨੂੰ ਉਹੋ ਹੀ ਜਿਹੜਾ ਫਿਲਮ ਦੇ ਵਿੱਚ ਹੋਏਗਾ, ਜਿਹੜਾ ਵਿਰੋਧੀ ਹੋਏਗਾ ਉਸ ਨੂੰ ਹਾਸੋਹੀਣਾ ਬਣਾ ਦਿੰਦੇ ਆ, ਪਰ ਵਾਰ ਦੇ ਵਿੱਚ ਹੈਗਾ ਜਿਹੜਾ ਆਪਾਂ ਨੂੰ ਕਹਿ ਸਕਦੇ ਹਾਂ ਖਲਨਾਇਕ ਨੂੰ ਪੂਰਾ ਤਾਕਤਵਰ ਦਿਖਾਇਆ ਜਾਂਦਾ ਹੈਗਾ। ਉਸ ਤੋਂ ਬਾਅਦ ਫਿਰ ਆਪਾਂ ਕੁਝ ਪੁਸਤਕਾਂ ਨੇਗੇ ਜਿਹੜੀਆਂ ਪੇਪਰ ਦੇ ਵਿੱਚ ਪੁੱਛ ਲਈਆਂ ਜਾਂਦੀਆਂ ਨੇ ਤੇ ਪੇਪਰ ਦੇ ਵਿੱਚ ਪੁੱਛੀਆਂ ਵੀ ਗਈਆਂ ਨੇ, ਇਹਨਾਂ ਨੂੰ ਵੀ ਤੁਸੀਂ ਨੋਟ ਕਰ ਲੈਣਾ ਹੈਗਾ। ਦੇਖੋ ਪੁਸਤਕਾਂ ਕੀ ਹੁੰਦਾ ਹੈਗਾ, ਤੁਹਾਨੂੰ ਇੱਥੇ ਪੇਪਰ ਦੇ ਵਿੱਚ ਤਿੰਨੋਂ ਪੁਸਤਕਾਂ ਦੇ ਮੰਨ ਲਓ ਇੱਥੇ ਨਾਮ ਲਿਖੇ ਹੋਏ ਆ ਜਾਂਦੇ ਆ ਤੇ ਤੁਸੀਂ ਨੇ ਇਦਾਂ ਮੈਚ ਕਰਨੇ ਹੋਣਗੇ ਕਿ ਕਿਹੜੀ ਪੁਸਤਕ ਕਿਸ ਰਾਈਟਰ ਨੇ ਲਿਖੀ ਹੈ। ਇਦਾਂ ਕੁਐਸਚਨ ਪੇਪਰਾਂ ਦੇ ਵਿੱਚ ਬਣਦੇ ਰਹੇ ਹੈ ਤਾਂ ਤੁਸੀਂ ਇਹਨਾਂ ਪੁਸਤਕਾਂ ਦੇ ਤੇ ਰਾਈਟਰਾਂ ਦੇ ਨਾਮ ਵੀ ਇੱਕ ਵਾਰ ਧਿਆਨ ਦੇ ਨਾਲ ਲਿਖ ਲਓ। ਹੋ ਸਕਦਾ ਹੈ ਸਿਰਫ ਇੱਕ ਰਾਈਟਰ ਦਾ ਹੀ ਤੁਹਾਨੂੰ ਇਦਾਂ ਪੁੱਛ ਲਿਆ ਜਾਵੇ ਕਿ ਪੰਜਾਬ ਦੀ ਵਾਰ ਕਿਸ ਨੇ ਲਿਖੀ ਹੈ, ਬੁੱਕ ਹੈਗੀ ਜਿਹੜੀ ਉਹ ਡਾਕਟਰ ਗੰਡਾ ਸਿੰਘ ਨੇ ਲਿਖੀ ਹੈ। ਪੰਜਾਬੀ ਵਾਰਾਂ ਕਿਸ ਨੇ ਲਿਖੀਆਂ ਨੇ, ਪਿਆਰਾ ਸਿੰਘ ਪਦਮ, ਸੌਰੀ ਇੱਥੇ, ਠੀਕ ਹੈ, ਪਿਆਰਾ ਸਿੰਘ ਪਦਮ ਨੇ ਲਿਖੀ ਹੈ। ਇਦਾਂ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲ ਜਾਂਦੇ ਆ ਤਾਂ ਆਪਾਂ ਇੱਕ ਇੱਕ ਕਰਕੇ ਇਸ ਨੂੰ ਸਮਝ ਲੈਂਦੇ ਹਾਂ। ਹੁਣ ਦੇਖੋ ਜੀ, ਸਭ ਤੋਂ ਪਹਿਲਾਂ ਜਿਹੜੀ ਆਪਾਂ ਬੁੱਕ ਪੜ੍ਹਦੇ ਆਂਗੇ ਡਾਕਟਰ ਗੰਡਾ ਸਿੰਘ ਦੀ, ਉਹਨਾਂ ਨੇ ਲਿਖੀ ਹੈਗੀ ਪੰਜਾਬ ਦੀਆਂ 12 ਜਿਹੜੀ ਬੁੱਕ ਹੈਗੀ ਇਹਨਾਂ ਨੇ ਲਿਖੀ ਹੈ ਡਾਕਟਰ ਗੰਡਾ ਸਿੰਘ ਨੇ। ਹੁਣ ਦੇਖੋ ਇੱਕ ਪੇਪਰ ਦੇ ਵਿੱਚ ਉੱਥੇ ਪੰਜਾਬ ਦੀ ਵਾਰ ਲਿਖਿਆ ਹੋਇਆ ਸੀਗਾ, ਠੀਕ ਹੈ, ਇੱਥੇ 12 ਹੈਗਾ ਜਿਹੜਾ ਅਸਲੀ ਆਪਾਂ ਨੂੰ ਰੀਅਲ ਨਾਮ ਮਿਲਦਾ ਹੈਗਾ, ਉੱਥੇ ਪੰਜਾਬ ਦੀਆਂ 12 ਨੇ। ਪਰ ਪੇਪਰ ਦੇ ਵਿੱਚ ਇਹ ਕੁਐਸਚਨ ਵੀ ਬਣਿਆ ਹੋਇਆ ਸੀਗਾ ਕਿ ਪੰਜਾਬ ਦੀ ਵਾਰ ਕਿਸ ਨੇ, ਬੁੱਕ ਹੈਗੀ ਜਿਹੜੀ ਪੰਜਾਬ ਦੀ ਵਾਰ ਉਹ ਕਿਸ ਨੇ ਲਿਖੀ ਹੈ। ਤਾਂ ਨਾਮ ਦੇ ਵਿੱਚ ਥੋੜ੍ਹਾ ਬਹੁਤਾ ਉਤਰਾਅ ਚੜਾਅ ਹੋ ਸਕਦਾ, ਤਾਂ ਕਰਕੇ ਆਪਾਂ ਨੇ ਇੱਥੇ ਐਡ ਕਰ ਲਿਆ, ਠੀਕ ਹੈ। ਹੋ ਸਕਦਾ ਹੈ ਤੁਹਾਡੇ ਸਿਲੇਬਸ ਦੇ ਵਿੱਚ ਪੇਪਰ ਦੇ ਵਿੱਚ ਇਸ ਨਾਮ ਅਸਲੀ ਤਾਂ ਇਹ ਹੈ ਪਰ ਹੋ ਸਕਦਾ ਇੱਦਾਂ ਵੀ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਜੇ, ਤਾਂ ਆਪਾਂ 1% ਵੀ ਚਾਂਸ ਨਹੀਂ ਦੇਵਾਂਗੇ ਕਿ ਆਪਣਾ ਨੰਬਰ ਕਿਸੇ ਪਾਸੋਂ ਕੱਟ ਲਿਆ ਜਾਵੇ। ਤਾਂ ਆਪਾਂ ਨੇ ਉਹ ਨਾਮ ਵੀ ਐਡ ਕਰ ਲਿਆ ਜਿਹੜਾ ਕਿ ਪੇਪਰ ਦੇ ਵਿੱਚ ਪੁੱਛਿਆ ਗਿਆ। ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਰਾਈਟਰ ਹੈਗਾ ਜਿਨ੍ਹਾਂ ਦੀ ਬੁੱਕ ਹੈਗੀ ਪਿਆਰਾ ਸਿੰਘ ਪਦਮ ਦੀ ਇੱਕ ਬੁੱਕ ਹੈਗੀ ਜਿਹੜੀ ਪੰਜਾਬੀ ਵਾਰਾਂ, ਉਹ ਵੀ ਵਾਰਾਂ ਦੇ ਨਾਲ ਰਿਲੇਟਡ। ਉਸ ਤੋਂ ਬਾਅਦ ਫਿਰ ਅਗਲਾ ਨਾਮ ਹੈਗਾ ਜਿਹੜਾ ਡਾਕਟਰ ਸਤਿੰਦਰ ਸਿੰਘ ਨੂਰ ਦੀ ਬੁੱਕ ਹੈਗੀ ਜਿਹੜੀ ਪੰਜਾਬੀ ਵਾਰ ਕਾਵਿ ਦਾ ਇਤਿਹਾਸ। ਇਹ ਤਿੰਨੋਂ ਬੁੱਕਾਂ ਨੇਗੀਆਂ ਜਿਹੜੀਆਂ 3-4 ਜੋ ਵੀ ਆਪਾਂ ਬਾਕੀ ਅੱਗੇ ਵੀ ਆਪਾਂ ਜਿਹੜਾ ਵੀ ਟੌਪਿਕ ਪੜਾਂਗੇ ਉਹਦੇ ਵਿੱਚ ਜਿਹੜੀਆਂ ਬੁੱਕਸ ਨੇਗੇ ਉਹਨਾਂ ਦੇ ਬਾਰੇ ਵੀ ਪੜ੍ਹਦੇ ਚੱਲਾਂਗੇ। ਪੇਪਰ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਨੈੱਟ ਦੇ ਜਿਹੜੇ ਪੇਪਰ ਹੁੰਦੇ ਆ UGC ਦੇ, ਉਹਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਹੈ ਕਿ ਰਾਈਟਰਾਂ ਨੂੰ ਮੈਚ ਕਰਨਾ ਆ ਜਾਂਦਾ ਹੈ ਕਿ ਕਿਹੜੇ ਰਾਈਟਰ ਨੇ ਕਿਹੜੀ ਬੁੱਕ ਹੈਗੀ ਜਿਹੜੀ ਲਿਖੀ ਹੈ। ਇੱਦਾਂ ਤੁਸੀਂ ਇਹਨਾਂ ਨੂੰ ਜ਼ਰੂਰ ਪੜ੍ਹ ਕੇ ਜਾਇਓ, ਹੋ ਸਕਦਾ ਹੈ ਅੱਗੇ ਤੁਹਾਡੇ ਪੇਪਰ ਦਾ ਸ਼ਿੰਗਾਰ ਬਣ ਜੇ ਇਹ ਕੁਐਸਚਨ। ਉਸ ਤੋਂ ਬਾਅਦ ਫਿਰ ਆਪਾਂ ਅੱਗੇ ਪੜ੍ਹਦੇ ਹਾਂ ਜੀ ਜੰਗਨਾਮੇ ਦੇ ਬਾਰੇ। ਤਾਂ ਦੇਖੋ ਆਪਾਂ ਨੇ ਜਿਹੜਾ ਵੀਰ ਕਾਵਿ ਹੈ ਉਸ ਦੇ ਵਿੱਚ ਪ੍ਰਮੁੱਖ ਕਾਵਿ ਦੇ ਵਿੱਚ 2 ਆਪਾਂ ਨੇ ਭਾਗ ਲਏ ਨੇ ਮੇਨ, ਇਹਦੇ ਵਿੱਚ ਪ੍ਰਮੁੱਖ 2 ਲਏ ਨੇ, ਇਹਦੇ ਵਿੱਚ 12 ਤੇ ਜੰਗਨਾਮੇ ਨੇ। 12 ਆਪਾਂ ਪੜ੍ਹ ਚੁੱਕੇ ਹਾਂ। ਉਸ ਤੋਂ ਬਾਅਦ ਫਿਰ ਆਪਾਂ ਹੁਣ ਪੜ੍ਹਦੇ ਹਾਂ ਜੰਗਨਾਮੇ, ਠੀਕ ਹੈ। ਤੇ ਦੇਖੋ ਜਿਹੜਾ ਆਪਾਂ ਇਹ ਤੁਹਾਨੂੰ ਪੜ੍ਹਾ ਰਹੇ ਹਾਂ ਜਿਸ PDF ਤੋਂ, ਇਹ ਤੁਹਾਨੂੰ PDF ਵਾਲੇ ਸੈਕਸ਼ਨ ਦੇ ਵਿੱਚ ਮਿਲ ਜਾਏਗੀ। ਇਸੇ ਤਰ੍ਹਾਂ ਜੋ ਵੀ ਆਪਾਂ ਪੜ੍ਹ ਰਹੇ ਹਾਂ ਇਹ ਸਾਰੇ ਨੋਟਸ, ਤੇ ਨਾਲ ਹੀ ਤੁਹਾਡਾ ਜੋ ਵੀ ਦੋਸਤ ਹੈਗਾ ਉਹਨਾਂ ਨੂੰ ਸੁਨੇਹਾ ਜ਼ਰੂਰ ਲਗਾ ਦਿਓ ਕਿ ਬੈਚ ਹੈਗਾ ਜਿਹੜਾ ਸਟਾਰਟ ਹੋ ਚੁੱਕਿਆ ਉਹ ਜਾ ਕੇ ਜੁਆਇਨ ਕਰ ਲੈਣ। ਉਹਨਾਂ ਨੂੰ ਆਫਰ ਹੁਣ ਹੀ ਮਿਲੇਗਾ, ਲਿਮਿਟਡ ਟਾਈਮ ਦੇ ਲਈ ਆਫਰ ਹੈ, ਉਸ ਤੋਂ ਬਾਅਦ ਇਹ ਆਫਰ ਨਹੀਂ ਦਿੱਤਾ ਜਾਏਗਾ। ਜਿਨ੍ਹਾਂ ਨੇ ਅਜੇ ਜੁਆਇਨ ਨਹੀਂ ਕੀਤਾ ਤਾਂ ਪਲੀਜ਼ ਜੁਆਇਨ ਕਰ ਲੈਣ। ਲਿੰਕ ਦੇ ਵਿੱਚ
ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਾਂ ਨੇ ਦੇ ਦਿੱਤਾ ਹੈਗਾ ਬੈਚ ਦਾ। ਹੁਣ ਦੇਖੋ ਜੰਗਨਾਮੇ ਦੀ ਆਪਾਂ ਜੇਕਰ ਗੱਲ ਕਰੀਏ, ਜੰਗਨਾਮਾ ਕੀ ਹੁੰਦਾ ਹੈ, ਕਾਵ ਰੂਪ ਦੇ ਵਿੱਚ ਲਿਖਿਆ ਜਾਂਦਾ ਹੈਗਾ, ਠੀਕ ਹੈ, ਕਾਵ ਰੂਪ ਹੁੰਦਾ ਹੈਗਾ ਜਿਹੜਾ ਜੰਗਨਾਮਾ ਹੈ। ਬਾਕੀ ਆਪਾਂ ਅੱਗੇ ਜੋ ਵੀ ਜੰਗਨਾਮੇ ਦੇ ਰਾਈਟਰ ਨੇ ਉਹ ਪੜਾਂਗੇ ਤਾਂ ਤੁਹਾਨੂੰ ਜੰਗਨਾਮੇ ਦੇ ਸੈਂਪਲ ਉੱਥੇ ਦੇਖਣ ਨੂੰ ਮਿਲਣਗੇ, ਜੋ ਵੀ ਕਿਸ ਰਾਈਟਰ ਨੇ ਕਿਹੜੀਆਂ ਪੰਕਤੀਆਂ ਲਿਖੀਆਂ ਨੇ। ਹੋ ਸਕਦਾ ਪੇਪਰ ਦੇ ਵਿੱਚ ਪੰਕਤੀਆਂ ਹੀ ਪੁੱਛ ਲਿਆ ਜਾਵੇ, ਇੱਕ ਇੱਕ ਕਰਕੇ ਆਪਾਂ ਸਾਰਾ ਕੁਝ ਡੀਪਲੀ ਪੜ੍ਹਨ ਵਾਲੇ ਹਾਂ। ਬਾਕੀ ਜਿਹੜੀਆਂ ਕਲਾਸਾਂ ਨੇ ਤੁਹਾਨੂੰ ਡੇਲੀ ਕਲਾਸਾਂ ਮਿਲਣਗੀਆਂ। ਹੋ ਸਕਦਾ ਹੈ ਜਿੱਦਾਂ ਵੀ ਆਪਾਂ ਨੂੰ ਲੱਗਿਆ ਪੇਪਰ ਦਾ ਕਿ ਪੇਪਰ ਨਜ਼ਦੀਕ ਆਉਣ ਵਾਲਾ ਤਾਂ ਤੁਹਾਨੂੰ ਇੱਕਦਮ ਆਪਾਂ ਕਾਫੀ ਕਲਾਸਾਂ ਇਕੱਠੀਆਂ ਵੀ ਪ੍ਰੋਵਾਈਡ ਕਰਵਾ ਦਾਂਗੇ। ਹੁਣ ਦੇਖੋ ਅੱਗੇ ਆਪਾਂ ਜਿਹੜਾ ਪੜ੍ਹਦੇ ਹਾਂ, ਜੰਗਨਾਮਾ ਹੈਗਾ ਜਿਹੜਾ ਇੱਕ ਕਾਵਿ ਰੂਪ ਹੈਗਾ ਅਤੇ ਇਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਜੰਗ ਦਾ ਹਾਲ ਪੇਸ਼ ਕੀਤਾ ਜਾਂਦਾ ਹੈ। ਜੰਗਨਾਮਾ ਨਾਮ ਹੀ ਇੱਦਾਂ ਦਾ ਹੈ ਕਿ ਆਪਾਂ ਨੂੰ ਪਤਾ ਹੈ ਕਿ ਜੰਗ ਦਾ ਹੀ ਇਸ ਦੇ ਵਿੱਚ ਹਾਲ ਜਿਹੜਾ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਆਪਾਂ 12 ਦੇ ਵਿੱਚ ਪੜ੍ਹ ਕੇ ਹਟੇ ਹਾਂ, ਉਹਦੇ ਵਿੱਚ ਵੀ ਵਾਰ ਦਾ ਜਿਹੜਾ ਰੂਪ ਹੈਗਾ ਜਿਹੜਾ ਪੇਸ਼ ਕੀਤਾ ਜਾਂਦਾ ਹੈ ਜਾਂ ਹਾਲ ਪੇਸ਼ ਕੀਤਾ ਜਾਂਦਾ ਹੈ। ਇਸ ਦੇ ਵਿੱਚ ਵੀ ਜੰਗ ਦਾ ਜਿਹੜਾ ਹਾਲ ਪੇਸ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਫਿਰ ਜਿਹੜੇ ਆਪਾਂ ਪੜ੍ਹਿਆ ਸੀਗਾ ਕਿ 12 ਨੇਗੀਆਂ ਜਿਹੜੀਆਂ ਸਿੱਖ ਰਾਈਟਰਾਂ ਵੱਲੋਂ ਅਤੇ ਜਾਂ ਫਿਰ ਹਿੰਦੂ ਰਾਈਟਰਾਂ ਦੇ ਵੱਲੋਂ ਜ਼ਿਆਦਾਤਰ ਰਚੀਆਂ ਗਈਆਂ ਨੇ। ਇਸੇ ਤਰ੍ਹਾਂ ਜੰਗਨਾਮੇ ਨੇਗੇ ਜਿਹੜੇ ਇਹ ਆਪਾਂ ਕਹਿ ਸਕਦੇ ਹਾਂ ਕਿ ਮੁਸਲਿਮ ਰਾਈਟਰਾਂ ਦੇ ਵੱਲੋਂ ਜ਼ਿਆਦਾਤਰ ਇਸ ਦੇ ਵਿੱਚ ਰਚੇ ਗਏ ਨੇ। ਅਤੇ ਜਿਹੜਾ ਰਾਈਟਰ ਬੁੱਕ ਨੂੰ ਲਿਖਦਾ ਹੈਗਾ, ਠੀਕ ਹੈ, ਉਹਦੇ ਵਿੱਚ ਉਸ ਦਾ ਜਿਹੜਾ ਆਪਾਂ ਤੁਹਾਨੂੰ ਜਿੱਦਾਂ ਦੱਸਿਆ ਕਿ ਉਸ ਦਾ ਈਸਟ ਹੋਏਗਾ ਜਿਹੜਾ ਉਸ ਨੂੰ ਫੋਲੋ ਕਰਦੇ ਹੋਣਗੇ, ਜਿਹੜੇ ਉਹਨਾਂ ਦੇ ਰੰਗ ਉਸ ਦੇ ਵਿੱਚ ਉਸ ਨੂੰ ਦੇਖਣ ਨੂੰ ਮਿਲਣਗੇ। ਕੋਈ ਵੀ ਬੰਦਾ ਹੈ, ਠੀਕ ਹੈ, ਜਿਸ ਨੂੰ ਵੀ ਉਹ ਮੰਨਦਾ ਹੋਵੇਗਾ ਤਾਂ ਉਸ ਤਰ੍ਹਾਂ ਦੇ ਆਪਾਂ ਉਹਦੇ ਵਿੱਚ ਜਾਂ ਉਹਦਾ ਲਿਟਰੇਚਰ ਜਿਹੜਾ ਹੋਏਗਾ, ਜਿਹੜਾ ਵੀ ਜਿੱਥੋਂ ਦਾ ਰਾਈਟਰ ਲਿਖਦਾ ਹੈ ਉਸ ਦੇ ਵਿੱਚ ਤੁਹਾਨੂੰ ਉਸੇ ਤਰ੍ਹਾਂ ਦਾ ਪੱਖ ਦੇਖਣ ਨੂੰ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਇਸਲਾਮੀ ਜਿਹੜਾ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਪਰੰਪਰਾਵਾਂ ਇਹਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਇਸਲਾਮੀ ਜਾਂ ਫਿਰ ਸਾਮੀ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਇਹ ਪਰੰਪਰਾਵਾਂ ਨੇਗੀਆਂ ਜਿਹੜੀਆਂ ਜੰਗਨਾਮੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਅਤੇ ਨਾਲ ਹੀ ਇਸ ਦੇ ਵਿੱਚ ਤੁਸੀਂ ਇਹ ਵੀ ਲਿਖ ਲਓ ਕਿ ਇਹਨਾਂ ਦੇ ਵਿੱਚ ਫਾਰਸੀ ਜਿਹੜੀ ਸ਼ੈਲੀ ਹੈਗੀ ਉਸ ਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈਗਾ ਜੰਗਨਾਮੇ ਦੇ ਵਿੱਚ। ਉਸ ਤੋਂ ਬਾਅਦ ਫਿਰ ਆਪਾਂ ਪੜ੍ਹਦੇ ਹਾਂ ਅੱਗੇ, ਕਾਹਨ ਸਿੰਘ ਨਾਭਾ ਨੇ ਇਸ ਨੂੰ ਯੁੱਧ ਦੀ ਕਥਾ ਦਾ ਗ੍ਰੰਥ ਵੀ ਕਿਹਾ, ਠੀਕ ਹੈ। ਕੁਐਸਚਨ ਬਣ ਸਕਦਾ ਹੈ ਕਿ ਯੁੱਧ ਦੀ ਕਥਾ ਦਾ ਗ੍ਰੰਥ ਹੈਗਾ ਜਿਹੜਾ ਜੰਗਨਾਮਿਆਂ ਨੂੰ ਕਿਸ ਨੇ ਕਿਹਾ, ਭਾਈ ਕਾਹਨ ਸਿੰਘ ਨਾਭਾ ਨੇ, ਜਿਨ੍ਹਾਂ ਨੇ ਮਹਾਨ ਕੋਸ਼ ਲਿਖੀ ਹੈ। ਉਸ ਤੋਂ ਬਾਅਦ ਫਿਰ ਅੱਗੇ ਦੇਖੋ ਬੈਂਤ ਛੰਦ ਦੀ ਵਰਤੋਂ ਹੈਗੀ ਜਿਹੜੀ ਇਸ ਦੇ ਵਿੱਚ ਵਧੇਰੇ ਕੀਤੀ ਜਾਂਦੀ ਹੈ। ਉਹਦੇ ਵਿੱਚ ਆਪਾਂ ਸਿਰਖੰਡੀ ਪੜ੍ਹਿਆ ਸੀਗਾ, ਠੀਕ ਹੈ, ਅਤੇ ਨਿਸ਼ਾਨੀ ਪੜ੍ਹਿਆ ਸੀਗਾ। ਇਸ ਦੇ ਵਿੱਚ ਹੈਗਾ ਜਿਹੜਾ ਬੈਂਤ ਛੰਦ ਹੈਗਾ ਜਿਹੜੀ ਇਸ ਦੀ ਵਰਤੋਂ ਕੀਤੀ ਜਾਂਦੀ ਹੈਗੀ, ਠੀਕ ਹੈ। ਇੱਕ ਵਾਰ ਇਸ ਨੂੰ ਆਪਾਂ ਤੁਹਾਨੂੰ ਦੁਬਾਰਾ ਦਿਖਾ ਦਿੰਦੇ ਹਾਂ ਕਿਉਂਕਿ ਆਪਾਂ ਕੰਪੈਰੀਜ਼ਨ ਕਰਕੇ ਜ਼ਿਆਦਾ ਸਿੱਖਦੇ ਆਂਗੇ, ਠੀਕ ਹੈ। ਹੁਣ ਆਪਾਂ ਨੇ ਇਸ ਨੂੰ ਕੰਪੇਅਰ ਕਰਕੇ ਤੁਹਾਨੂੰ ਜਦੋਂ ਦਿਖਾਇਆ ਤਾਂ ਤੁਸੀਂ ਇਸ ਨੂੰ ਹੋਰ ਬੈਟਰ ਸਮਝ ਸਕਦੇ ਹੋਗੇ। ਹੁਣ ਦੇਖੋ ਇਹਦੇ ਵਿੱਚ ਆਪਾਂ ਪੌੜੀ ਛੰਦ ਦੇ ਵਿੱਚ ਇਸ ਨੂੰ ਲਿਖ ਦਿਆਂਗੇ ਬਾਹਰ ਨੂੰ, ਅਤੇ ਇਹਦੇ ਵਿੱਚ ਜਿਹੜੇ ਇਸ ਦੇ ਦੋ ਆਪਾਂ ਨੇ ਪੌੜੀ ਛੰਦ ਜਿਹੜੇ ਇਸ ਦੇ ਵਿੱਚ ਵਰਤਦੇ ਆ, ਜਿਹੜੇ ਇਸ ਦੇ ਦੋ ਭੇਦ ਨੇਗੇ ਉਹ ਹੈ, ਇੱਕ ਤਾਂ ਸਿਰਖੰਡੀ ਹੈ ਅਤੇ ਦੂਜਾ ਇਸ ਦੇ ਵਿੱਚ ਹੈਗਾ ਨਿਸ਼ਾਨੀ, ਠੀਕ ਹੈ। ਅਤੇ ਸਿਰਖੰਡੀ ਦੇ ਵਿੱਚ ਮੱਧ ਤੋਂ ਸਿਰ ਪੱਟ ਹੈ, ਜਿੱਦਾਂ ਤੁਹਾਨੂੰ ਦੱਸਿਆ ਸੀਗਾ, ਉਹ ਮੱਧ ਦੇ ਵਿੱਚ ਤੁਕਾਂਤ ਮਿਲਦੀ ਹੈ, ਇਹਦੇ ਵਿੱਚ ਅੰਤ ਦੇ ਵਿੱਚ। ਪਰ ਇਹ ਹੈਗਾ ਜਿਹੜਾ ਇੱਕੋ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਤਾਂ ਕੋਈ ਆਪਾਂ ਨੇ ਇਸ ਦੀਆਂ ਟਾਈਪਸ ਤਾਂ ਬਣਾਈਆਂ ਨਹੀਂ, ਇਹਦੇ ਵਿੱਚ ਬੈਂਤ ਛੰਦ ਹੀ ਇਸ ਦੇ ਵਿੱਚ ਹੈਗਾ ਜਿਹੜੀ ਵਧੇਰੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਰਸ ਦੀ ਜੇਕਰ ਗੱਲ ਕਰੀਏ, ਇਹਦੇ ਵਿੱਚ ਆਪਾਂ ਵੀਰ ਰਸ ਹੈਗਾ ਜਿਹੜਾ ਉਹ ਵੀ ਦੇਖਣ ਨੂੰ ਮਿਲੇਗਾ, ਅਤੇ ਕਰੁਣਾ ਦਾ ਰਸ ਵੀ ਹੈ ਜਿਹੜਾ ਦੇਖਣ ਨੂੰ ਮਿਲੇਗਾ। ਕਰੁਣਾ ਦਾ ਰਸ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਜਦੋਂ ਕੋਈ ਬੰਦਾ ਹਾਰਦਾ ਦਿਖਾਇਆ ਜਾਵੇ ਤਾਂ ਆਪਣੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਇਹ ਆਪਣੇ ਆਪ ਕਰੁਣਾ ਆ ਜਾਂਦੀ ਹੈ, ਤਾਂ ਇਹਦੇ ਵਿੱਚ ਵੀ ਇੱਦਾਂ ਹੀ ਹੁੰਦਾ ਹੈਗਾ, ਠੀਕ ਹੈ। ਹੁਣ ਦੇਖੋ ਜਦੋਂ ਆਪਾਂ ਇਹਦਾ ਵਿਸ਼ਾ ਦੇਖਦੇ ਹਾਂ, ਇਹਦਾ ਵਿਸ਼ਾ ਕਿਹੜਾ ਹੁੰਦਾ, ਉਹਦੇ ਵਿੱਚ ਸੀਗਾ ਆਪਾਂ ਪੜ੍ਹਿਆ, ਉਹਦੇ ਵਿੱਚ ਅਧਿਆਤਮਿਕਤਾ ਵੀ ਹੁੰਦੀ ਹੈ, ਅਧਿਆਤਮਿਕ ਜਿੱਦਾਂ 12 ਰਚੀਆਂ ਗਈਆਂ ਅਧਿਆਤਮਿਕ, ਅਤੇ ਉਸ ਤੋਂ ਬਾਅਦ ਫਿਰ ਲੌਕਿਕ ਵੀ ਹੁੰਦਾ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਉਹਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਜਿਹੜਾ ਇਤਿਹਾਸਕ ਵੀ ਦੇਖਣ ਨੂੰ ਮਿਲਦਾ, ਕਾਲਪਨਿਕ ਵਗੈਰਾ, ਅਤੇ ਜਿਹੜਾ ਫਿਰ ਆਧੁਨਿਕ ਜਿਹੜਾ ਉਸ ਦੇ ਵਿੱਚ ਰੰਗ ਢੰਗ ਦਿਖਾਈ ਦਿੰਦਾ ਹੈਗਾ, ਉਹ ਸਾਰਾ ਕੁਛ ਆਪਾਂ ਨੂੰ ਉਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇਹਦੇ ਵਿੱਚ ਜ਼ਿਆਦਾਤਰ ਇਤਿਹਾਸਕ ਹੈਗਾ ਜਿਹੜਾ ਉਹ ਆਪਾਂ ਨੂੰ ਪੱਖ ਹੈਗਾ ਜਿਹੜਾ ਦਿਖਾਈ ਦਿੰਦਾ ਹੈਗਾ ਜੰਗਨਾਮੇ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅੱਗੇ ਦੇਖ ਲੈਂਦੇ ਆਂਗੇ। ਹੁਣ ਦੇਖੋ ਇਤਿਹਾਸਕ ਦਾ ਮਤਲਬ ਜਿੱਦਾਂ ਜੰਗਨਾਮਾ ਸਿੰਘਾਂ ਦੇ ਫਿਰੰਗੀਆਂ ਲਿਖਿਆ ਗਿਆ, ਠੀਕ ਹੈ, ਉਹ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਇਤਿਹਾਸ ਹੀ ਵਰਣਨ ਕੀਤਾ ਗਿਆ ਸੀਗਾ। ਇਹਦੇ ਵਿੱਚ ਹੁਣ ਦੇਖੋ ਸ਼ੁਰੂਆਤ ਦੇ ਵਿੱਚ ਪਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ ਇਸ ਦੇ ਵਿੱਚ ਵੀ, ਅਤੇ ਅੰਤ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਨਾਇਕ ਹੁੰਦਾ ਲਗਭਗ ਜ਼ਿਆਦਾਤਰ ਚਾਂਸ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਿ ਨਾਇਕ ਦੀ ਹਾਰ ਦਿਖਾ ਦਿੱਤੀ ਜਾਂਦੀ ਹੈ। ਇਹਦੇ ਵਿੱਚ ਹੁੰਦਾ ਇੱਦਾਂ ਹੀ ਹੈ ਜ਼ਿਆਦਾਤਰ। ਕਰੁਣਾ ਰਸ ਦਾ ਮਤਲਬ ਤਾਂ ਕਰਕੇ ਹੀ ਤੁਹਾਨੂੰ ਕਰੁਣਾ ਰਸ ਇਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਮੇਨ ਨਾਇਕ ਇਸ ਦੇ ਵਿੱਚ ਹੁੰਦਾ ਹੈਗਾ ਉਹਦੀ ਜ਼ਿਆਦਾਤਰ ਹਾਰ ਦੇਖਣ ਨੂੰ ਮਿਲਦੀ ਹੈ ਇਹਦੇ ਵਿੱਚ, ਜਾਂ ਮੌਤ ਹੋ ਜਾਂਦੀ ਹੈ, ਜਿੱਦਾਂ ਉਹਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੰਗਨਾਮਾ ਸਿੰਘਾਂ ਦੇ ਫਿਰੰਗੀਆਂ। ਬਾਕੀ ਆਪਾਂ ਡੀਪਲੀ ਪੜ੍ਹਾਂਗੇ ਜਦੋਂ ਆਪਾਂ ਅੱਗੇ ਇੱਕ ਇੱਕ ਕਰਕੇ ਤੁਹਾਨੂੰ ਕਲਾਸਾਂ ਇਸ ਦੀਆਂ ਮਿਲਣਗੀਆਂ, ਉਹਦੇ ਵਿੱਚ ਪੜ੍ਹਾਂਗੇ ਕਿ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਉਹਦੇ ਵਿੱਚ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਸਾਰਾ ਕੁਝ। ਠੀਕ ਹੈ, ਇਹਦੇ ਵਿੱਚ ਇਦਾਂ ਹੀ ਇੱਥੇ ਦੱਸਿਆ ਗਿਆ। ਤੇ ਜੰਗਨਾਮੇ ਜਿਹੜੇ ਜ਼ਿਆਦਾਤਰ ਨੇਗੇ ਉਹ ਮੁਸਲਿਮ ਲੇਖਕ ਨੇਗੇ ਜਿਹੜੇ ਉਹਨਾਂ ਦੇ ਵੱਲੋਂ ਲਿਖੇ ਗਏ ਨੇ ਜ਼ਿਆਦਾਤਰ। ਉਸ ਤੋਂ ਬਾਅਦ ਦੇਖੋ ਫਿਰ ਇਸ ਦੇ ਵਿੱਚ ਜਿਹੜਾ ਕਾਵਿ ਰੂਪ ਹੈਗੀ ਉਸ ਦੀ ਸ਼ੁਰੂਆਤ, ਜਿਹੜੀ ਕਾਵਿ ਰੂਪ ਹੈਗਾ ਜਿਹੜਾ ਇਹ, ਠੀਕ ਹੈ, ਇਸ ਦੀ ਸ਼ੁਰੂਆਤ ਹੈਗੀ ਜਿਹੜੀ ਪੀਰ ਮੁਹੰਮਦ ਕਾਸਬੀ ਦੇ ਜੰਗਨਾਮੇ ਦੇ ਨਾਲ ਹੁੰਦੀ ਹੈ। ਜਿਹੜਾ ਇਹਨਾਂ ਨੇ ਜੰਗਨਾਮਾ ਲਿਖਿਆ ਸੀਗਾ ਇਮਾਮ ਹੁਸੈਨ ਦਾ, 17ਵੀਂ ਸਦੀ ਦੇ ਵਿੱਚ ਇਹ ਲਿਖਿਆ ਜਾਂਦਾ ਹੈ। ਤੇ ਜਿਹੜਾ ਮਸ਼ਹੂਰ ਕਿਹੜਾ ਹੁੰਦਾ, ਆਹ ਦੇਖੋ ਜੀ, ਆਪਾਂ ਕੱਲ ਦੀ ਕਲਾਸ ਦੇ ਵਿੱਚ ਕਰਕੇ ਆਏ ਸੀ। ਬਾਕੀ ਜਿਹੜੇ ਤੁਸੀਂ ਨੋਟਸ ਬਣਾ ਲਏ ਹੋਣਗੇ ਉਸ ਦੇ ਨਾਲ ਤੁਸੀਂ ਹੋਰ ਬੈਟਰ ਸਮਝੋਗੇ। ਹੁਣ ਦੇਖੋ ਸ਼ੁਰੂਆਤ ਜਿਹੜੀ ਜੰਗਨਾਮੇ ਦੀ ਕਿੱਥੋਂ ਹੁੰਦੀ ਹੈ, ਠੀਕ ਹੈ, ਇਹ ਹੁੰਦੀ ਹੈ ਜੀ ਪੀਰ ਮੁਹੰਮਦ ਕਾਸਬੀ ਦਾ ਜਿਹੜਾ ਜੰਗਨਾਮਾ ਸੀਗਾ, ਇਹ ਸੀ ਇਮਾਮ ਹੁਸੈਨ। ਠੀਕ ਹੈ, ਜੰਗਨਾਮਾ ਇਮਾਮ ਹੁਸੈਨ ਲਿਖਿਆ ਸੀ ਪੀਰ ਮੁਹੰਮਦ ਕਾਸਬੀ ਨੇ। ਇੱਥੋਂ ਜੰਗਨਾਮੇ ਦੀ ਸ਼ੁਰੂਆਤ ਹੋ ਜਾਂਦੀ ਹੈ 17ਵੀਂ ਸਦੀ ਦੇ ਵਿੱਚ। ਤੇ ਮਸ਼ਹੂਰ ਕਿੱਥੋਂ ਹੁੰਦੇ ਆ, ਇਹ ਹੁੰਦੇ ਆ ਜੀ ਮਸ਼ਹੂਰ ਜੰਗਨਾਮਾ ਜਿਹੜਾ ਇਮਾਮ ਹੁਸੈਨ ਦਾ ਹੀ ਲਿਖਿਆ ਮੁਕਬਲ ਨੇ। ਇੱਥੋਂ 18ਵੀਂ ਸਦੀ ਦੇ ਵਿੱਚ ਜਾ ਕੇ, ਠੀਕ ਹੈ, ਇਹਨਾਂ ਦੀ ਸ਼ੁਰੂਆਤ ਹੋ ਜਾਂਦੀ ਹੈਗੀ ਇੱਥੇ ਜਾ ਕੇ। ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜੰਗਨਾਮਾ ਪੜ੍ਹਦੇ ਪਏ ਜਾਂਗੇ। ਉਸ ਦੇ ਵਿੱਚ ਹੋਰ ਕੀ ਹੈ ਤਾਂ ਇਹ ਵੀ ਆਪਾਂ ਦੇਖ ਲੈਂਦੇ ਹਾਂ ਕਿ 18ਵੀਂ ਸਦੀ ਦੇ ਵਿੱਚ ਇਹ ਲੋਕਪ੍ਰਿਯ ਹੋ ਜਾਂਦੇ ਨੇ ਮੁਕਬਲ ਦੇ ਜੰਗਨਾਮੇ ਦੇ ਨਾਲ। ਉਸ ਤੋਂ ਬਾਅਦ ਫਿਰ ਇੱਕ ਪਿਰਤ ਪੈ ਜਾਂਦੀ ਹੈ ਕਿ ਰਾਈਟਰ ਨੇ ਜਿਹੜੇ ਜ਼ਿਆਦਾਤਰ ਜੰਗਨਾਮਿਆਂ ਦੀ ਰਚਨਾ ਕਰਨ ਲੱਗ ਜਾਂਦੇ ਨੇ। ਇਸ ਤੋਂ ਪਹਿਲਾਂ ਫਲॉप ਜ਼ਿਆਦਾਤਰ ਹੁੰਦੇ ਰਹੇ ਆ, ਜੰਗਨਾਮੇ ਨਹੀਂ ਸੀ ਚੱਲੇ, ਪਰ 18ਵੀਂ ਸਦੀ ਦੇ ਵਿੱਚ ਜਾ ਕੇ ਇਹ ਲੋਕਪ੍ਰਿਯ ਹੋ ਜਾਂਦੇ ਆ। ਹੁਣ ਦੇਖੋ ਜੀ, ਆਪਾਂ ਅੱਜ ਦੀ ਕਲਾਸ ਦੇ ਵਿੱਚ ਕੀ ਕੀਤਾ ਹੈ, ਬੀਰ ਕਾਵਿ ਆਪਾਂ ਨੇ ਸਟਾਰਟ ਕੀਤਾ ਹੋਇਆ। ਬੀਰ ਕਾਵਿ ਦੇ ਵਿੱਚ ਆਪਾਂ ਕਾਲਵੰਡ ਪੜ੍ਹ ਚੁੱਕੇ ਹਾਂ ਇਸ ਦੀ, ਕਿ ਕਿਹੜੇ ਕਾਲ ਦੇ ਵਿੱਚ ਕਿਹੜੇ ਜੰਗਨਾਮੇ ਜਾਂ ਕਿਹੜੀਆਂ ਵਾਰਾਂ ਲਿਖੀਆਂ ਗਈਆਂ ਨੇ। ਉਸ ਤੋਂ ਬਾਅਦ ਫਿਰ ਇਸ ਦੇ ਵਿੱਚ ਕੀ ਕੁਛ ਮੇਨ ਰਹਿੰਦਾ ਹੈਗਾ, ਜਿਹੜੇ ਪ੍ਰਮੁੱਖ ਨੇਗੇ ਜਿਹੜੇ ਕਾਵਿ ਰੂਪ ਵਾਰਾਂ ਤੇ ਜੰਗਨਾਮੇ, ਇਹ ਇਹਦੇ ਵਿੱਚ ਮੇਨ ਨੇ। ਠੀਕ ਹੈ, ਗੁਰਬਿਲਾਸ ਵੀ ਆਪਾਂ ਦੇਖਣ ਨੂੰ ਮਿਲਦਾ, ਪਰ ਵਾਰਾਂ ਤੇ ਜੰਗਨਾਮੇ ਦੇ ਵਿੱਚ ਵੀਰਤਾ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਹ ਦੋਨੋਂ ਇਸ ਦੇ ਪਾਰਟ ਮੰਨੇ ਜਾਂਦੇ ਨੇਗੇ। ਤਾਂ ਇਹ ਆਪਾਂ ਨੇ ਪੜ੍ਹਿਆ। ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਰਾਈਟਰਾਂ ਦੇ ਵੱਲ ਚੱਲਾਂਗੇ ਕਿ ਕਿਹੜੇ ਰਾਈਟਰ ਨੇ ਕਿਹੜੀਆਂ ਵਾਰਾਂ ਲਿਖੀਆਂ ਨੇ, ਲੋਕ ਵਾਰਾਂ ਨੇਗੇ ਜਿਹੜੀਆਂ, ਸਾਰਾ ਕੁਝ ਆਪਾਂ ਇੱਕ ਇੱਕ ਕਰਕੇ ਡੀਪਲੀ ਇਸੇ ਤਰ੍ਹਾਂ ਸੀਕੁਐਂਸ ਦੇ ਵਿੱਚ ਪੜ੍ਹਦੇ ਚੱਲਾਂਗੇ। ਤੇ ਬੈਚ ਜਿਹੜੇ ਕੈਂਡੀਡੇਟਸ ਨੇ ਅਜੇ ਜੁਆਇਨ ਨਹੀਂ ਕੀਤਾ ਤਾਂ ਉਹ ਇੱਕ ਵਾਰ ਜੁਆਇਨ ਕਰ ਲੈਣ। ਬੈਚ ਤੁਹਾਡੇ ਲਈ ਲਿਮਿਟਿਡ ਟਾਈਮ ਦਾ ਆਫਰ ਹੈਗਾ। ਇਸ ਕੰਟੈਕਟ ਦੇ ਉੱਤੇ ਤੁਸੀਂ ਆਪਣਾ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜੋ ਵੀ ਕੈਂਡੀਡੇਟ ਇੰਟਰਸਟਡ ਹੈਗਾ, ਤੁਹਾਨੂੰ ਇਹ ਸਾਰਾ ਸਟੱਡੀ ਮਟੀਰੀਅਲ ਮਿਲਦਾ ਰਹੇਗਾ ਬੈਚ ਦੇ ਵਿੱਚ। ਇੱਕ ਇੱਕ ਕੁਐਸਚਨ ਤੁਹਾਨੂੰ ਆਪਣੇ ਸਿਲੇਬਸ ਦੇ ਵਿੱਚ ਕਵਰ ਕਰਵਾਇਆ ਜਾਵੇਗਾ। ਸਿਲੇਬਸ ਕਵਰ ਕਰਨ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੋਏਗੀ ਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਉਸ ਤੋਂ ਸਿੱਧਾ ਤੁਸੀਂ ਆਪਣੇ ਬੈਚ ਦੇ ਤੱਕ ਪਹੁੰਚ ਸਕਦੇ ਹੋਗੇ। ਠੀਕ ਹੈ ਜੀ, ਹੁਣ ਤੱਕ ਆਪਣੀ ਇਹ ਕਲਾਸ ਸੀਗੀ। ਅੱਗੇ ਡੇਲੀ ਤੁਹਾਨੂੰ ਕਲਾਸਿਸ ਦੇਖਣ ਨੂੰ ਮਿਲਣਗੀਆਂ ਤੇ ਹੋ ਸਕਿਆ ਤਾਂ ਆਪਾਂ ਤੁਹਾਡੇ ਲਈ ਰੈਗੂਲਰ ਕਲਾਸਾਂ ਜਿਹੜੀਆਂ ਵੀ ਦਿਨ ਦੇ ਵਿੱਚ ਜਿੰਨੀਆਂ ਕਲਾਸਾਂ ਹੋ ਸਕੀਆਂ, ਪੇਪਰ ਦੀ ਜਿਹੜੀ ਡੇਟ ਹੈਗੀ ਜਿੰਨੀ ਵੀ ਆਪਣਾ ਨਜ਼ਦੀਕ ਆਉਂਦੀ ਜਾਏਗੀ, ਉਸ ਤਰ੍ਹਾਂ ਆਪਾਂ ਤੁਹਾਡੇ ਲਈ ਸਪੀਡਲੀ ਥੋੜ੍ਹਾ ਬਹੁਤਾ ਆਪਾਂ ਕਵਰ ਕਰਾਂਗੇ ਸਿਲੇਬਸ ਨੂੰ। ਤਾਂ ਸਿਲੇਬਸ ਆਪਾਂ ਕਵਰ ਕਰਾਂਗੇ, ਪੇਪਰ ਚਾਹੇ ਤੁਹਾਡਾ ਹਫਤੇ ਦੇ ਵਿੱਚ ਕਿਉਂ ਨਾ ਹੋ ਜੇ। ਤਾਂ ਇਹ ਆਪਣੀ ਅੱਜ ਦੀ ਕਲਾਸ ਸੀਗੀ। ਕੰਪਲੀਟ ਕਲਾਸ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਜੋ ਵੀ ਦੋਸਤ ਨੇਗੇ ਜਿਹੜੇ ਅਜੇ ਬੈਚ ਨੂੰ ਜੁਆਇਨ ਨਹੀਂ ਕੀਤਾ ਤਾਂ ਉਹਨਾਂ ਦੇ ਤੱਕ ਪਲੀਜ਼ ਇੱਕ ਵਾਰ ਸੁਨੇਹਾ ਜ਼ਰੂਰ ਪਹੁੰਚਾਉਣ ਦੇਣਾਗਾ। ਧੰਨਵਾਦ।